11 ਸਤੰਬਰ ਨੂੰ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਆ ਜਿਸ 'ਚ ਧਮਕੀ ਦਿੱਤੀ ਜਾਂਦੀ ਆ ਕਿ ਸਿੱਖੋ ਤੁਹਾਡਾ ਗੁਰੂ ਜਿਹੜਾ ਉਹ ਸਾਡੇ ਕਬਜ਼ੇ 'ਚ ਹਿੰਮਤ ਛੁਡਾ ਕਿ 11 ਅਕਤੂਬਰ ਦੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਆ ਉਹ ਬਰਗਾੜੀ ਦੀਆਂ ਗਲੀਆਂ 'ਚ ਜਲਿਆਂਵਾਲੇ ਬਾਗ ਦੇ ਸਾਕੇ ਦਾ ਜਿਹੜਾ ਸੀਗਾ ਉਸ ਵੇਲੇ ਜਨਰਲ ਡਾਇਰ ਨੂੰ ਜਿਸ ਤਰ੍ਹਾਂ ਸਰੋਪਾ ਦਿੱਤਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਨੂੰ ਤੇ ਬਾਅਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਨਾਨੇ ਦੀ ਜਗ੍ਹਾ ਜਿਹੜੀ ਮਾਫੀ ਮੰਗਣੀ ਪਈ। ਪੱਖ ਹੋ ਸਕਦਾ ਕਿ ਜਿਸ ਤਰ੍ਹਾਂ ਇਹ ਦੋਨੋਂ ਲੇਡੀਜ਼ ਨੇ ਅਦਿੱਤਿਆ ਤੇ ਫਰਾਰ ਹੀ ਹੈ, ਉਪਾਸਨਾ ਤੇ ਹਨੀਪ੍ਰੀਤ ਵੀ ਲੇਡੀਜ਼ ਕਰਕੇ ਸੌਫਟ ਨਾ ਹੋ ਜਾਏ ਕੇਸ। ਰਾਮ ਰਹੀਮ ਭਾਵੇਂ ਚਾਰਜ ਸ਼ੀਟ ਦੇ ਵਿੱਚ ਪਾ ਲਿਆ ਪਰ ਜਦੋਂ ਸੋਰਸ ਨਹੀਂ ਹੈ ਇਹ ਪਤਾ ਕਿ ਉਹ ਸਿੱਧਾ ਇਹਨਾਂ ਨੂੰ ਸੰਦੇਸ਼ ਨਹੀਂ ਦਿੰਦਾ, ਜਿਹੜੀਆਂ ਵਿਚਲੀਆਂ ਕੜੀਆਂ ਪਾਈਆਂ ਹੀ ਨਹੀਂ, ਸ਼ਾਇਦ ਕਿਤੇ ਨਾ ਕਿਤੇ ਰਾਮ ਰਹੀਮ ਨੂੰ ਇਹਦਾ ਫਾਇਦਾ ਮਿਲ ਜੇ। ਸੁਪਰੀਮ ਕੋਰਟ ਦੀ ਅਸੀਂ ਵਰਡਿਕਟ ਸੀ ਉਹਦਾ ਹਵਾਲਾ ਦਿੰਦੇ ਸੀ ਕਿ ਸੀਬੀਆਈ ਜਿਹੜੀ ਉਹ ਪਿੰਜਰੇ ਦਾ ਤੋਤਾ ਸੀਬੀਆਈ ਨੇ ਕਿਹਾ ਸੀ। ਕੀ ਜਿਹੜੇ ਲੋਕ ਕਹਿ ਰਹੇ ਨੇ ਕਿ ਇਸ ਮਾਮਲੇ 'ਚ ਬਾਦਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਸਿੱਧਾ ਜ਼ਿੰਮੇਵਾਰ ਹੈ, ਉਹ ਲੋਕ ਸੈਟੀਸਫਾਈ ਹੋਣਗੇ? ਅਕਾਲੀ ਦਲ ਨੂੰ ਇਹ ਪਤਾ ਸੀ ਕਿ ਸਰਸੇ ਵਾਲੇ ਦੇ ਚੇਲਿਆਂ ਨੇ ਇਹ ਬੇਅਦਬੀ ਕੀਤੀ ਆ। ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਤੁਹਾਡੇ ਸਾਹਮਣੇ ਨੇ, ਮੇਰੇ ਨਾਲ ਬੈਠੇ ਨੇ ਰਾਜਨੀਤਿਕ ਮਾਮਲਿਆਂ ਦੇ ਮਾਹਰ, ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਫਤਿਹ। ਸਤਿ ਸ਼੍ਰੀ ਅਕਾਲ। ਕਈ ਸਾਰੇ ਮਸਲੇ ਮਸਾਇਲ ਤੇ ਆਪਾਂ ਗੱਲ ਕਰਨੀ ਆ ਜਿਨ੍ਹਾਂ ਦੇ ਵਿੱਚੋਂ ਬੇਅਦਬੀ, ਬਰਗਾੜੀ, ਬਾਈਬਲ ਕਲਾਂ ਗੋਲੀकांड ਤੇ ਇਸ ਦੇ ਨਾਲ ਸਿੱਖਸ ਫਾਰ ਜਸਟਿਸ ਦਾ ਮਸਲਾ, ਕੁਝ ਇੱਕ ਨੌਜਵਾਨਾਂ ਦੀ ਪੰਜਾਬ ਦੇ ਵਿੱਚ ਫੜੋ ਫੜਾਈ ਤੇ ਨਾਲ ਪੰਜਾਬ ਦੀ ਸਿਆਸਤ 'ਚ ਕੀ ਕੁਝ ਚੱਲ ਰਿਹਾ। ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਦੇ ਪ੍ਰਧਾਨਗੀ ਲਈ ਹੈ, ਇਸ ਸੰਬੰਧੀ ਕੀ ਅਕਾਲੀ ਦਲ ਤੇ ਪੰਜਾਬ ਦੀ ਸਿਆਸਤ ਦਾ ਰੁਖ ਰਹੇਗਾ, ਉਸ ਵਿਸ਼ਿਆਂ ਤੇ ਅੱਜ ਗੱਲਬਾਤ ਕਰਨੀ ਹੈ। ਇੱਕ ਦੋ ਮਸਲਾ ਹੋਰ ਵੀ ਛੋਵਾਂਗੇ। ਸੁਰਿੰਦਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਆਪਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਵੱਡਾ ਮਸਲਾ ਸੀ। ਸ਼ਬਦ ਗੁਰੂ ਦੀ ਧਰਤੀ ਤੇ ਹੁਣ ਤੱਕ ਜੇ ਦੇਖਿਆ ਜਾਵੇ 100 ਦੇ ਕਰੀਬ ਬੇਅਦਬੀਆਂ ਅਕਾਲੀਆਂ ਦੇ ਰਾਜ ਭਾਗ ਦੇ ਦੌਰਾਨ ਹੋਈਆਂ ਤੇ 100 ਤੋਂ ਉੱਪਰ 125 ਦੇ ਕਰੀਬ ਬੇਅਦਬੀਆਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਭਾਗ ਦੇ ਵਿੱਚ ਹੋ ਗਈਆਂ। ਇਹ ਮੰਦਭਾਗਾ ਵਰਤਾਰਾ ਪੰਜਾਬ 'ਚ ਹੀ ਹੋ ਰਿਹਾ। ਹਾਲਾਂਕਿ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਗੁਰੂ ਘਰ ਨੇ, ਗੁਰਦੁਆਰੇ ਨੇ, ਭਾਵੇਂ ਉੱਥੇ ਸੇਵਾਦਾਰ ਹੈ ਜਾਂ ਨਹੀਂ ਹੈ, ਸੁੰਨੇ ਗੁਰੂ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਹੈ। ਪਰ ਪੰਜਾਬ ਦੇ ਵਿੱਚ CCTV ਕੈਮਰੇ ਲੱਗੇ ਹੋਣ, ਪਹਿਰੇਦਾਰੀ ਸਿੰਘਾਂ ਦਾ ਪਹਿਰਾ ਹੋਣ ਦੇ ਬਾਵਜੂਦ ਵੀ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ। ਇੱਕ ਰਵਿੱਧ ਪੈ ਗਈ ਹੈ ਜਿਹੜੀ ਕਿ ਸਾਡੀ ਸੋਚ ਦਾ ਪ੍ਰਗਟਾਵਾ ਕਰਦੀ ਹੈ ਕਿ ਅਸੀਂ ਸ਼ਬਦ ਗੁਰੂ ਦੇ ਮਾਨੇ ਹੀ ਨਹੀਂ ਸਮਝੇ। ਹਾਲਾਂਕਿ ਕੁਝ ਇੱਕ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀ ਜੋ ਸਿਆਸੀ ਸੀ, ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਘਟਨਾਵਾਂ ਸੁਲਝ ਗਈਆਂ ਨੇ। ਉਹ ਨਿੱਜੀ ਰੰਜਿਸ਼, ਪ੍ਰਧਾਨਗੀ ਜਾਂ ਹੋਰ ਰੰਜਿਸ਼ਾਂ ਦੇ ਕਾਰਨ ਉਹ ਬੇਅਦਬੀਆਂ ਵਾਪਰੀਆਂ ਜੋ ਮੰਦਭਾਗੀਆਂ ਸੀ। ਪਰ ਜਿਹੜੀਆਂ ਬੇਅਦਬੀਆਂ ਦੀ ਸ਼ੁਰੂਆਤ ਜੇ ਦੇਖਿਆ ਜਾਵੇ ਤਾਂ ਬਾਈਬਲ ਕਲਾਂ ਗੋਲੀकांड ਵਾਪਰਦਾ, ਕੋਟਕਪੂਰਾ ਗੋਲੀकांड ਵਾਪਰਦਾ, ਬਰਗਾੜੀ ਦੇ ਵਿੱਚ ਇਹ ਮੰਦਭਾਗੀ ਘਟਨਾ ਘਟਦੀ ਹੈ। ਇਸ ਦਾ ਹੁਣ ਫਿਰ ਜਿਸ ਤਰ੍ਹਾਂ ਸਿੱਟ ਜਿਹੜੀ ਬਣਾਈ ਗਈ ਹੈ ਉਸ ਦੇ ਜਿਹੜੇ ਕਾਬਲ ਅਫਸਰ ਨੇ ਰਣਬੀਰ ਸਿੰਘ ਖੱਟੜਾ, ਉਹਨਾਂ ਨੇ ਡੇਰਾ ਸਿਰਸਾ ਨਾਲ ਸੰਬੰਧਿਤ 11 ਲੋਕਾਂ ਦਾ ਚਾਰਜ ਸ਼ੀਟ ਪੇਸ਼ ਕੀਤਾ ਜਿਸ ਦੇ ਵਿੱਚ ਰਾਮ ਰਹੀਮ ਨੂੰ ਵੀ ਸ਼ਾਮਲ ਕੀਤਾ ਗਿਆ। ਪਰ ਤੁਹਾਡੀ ਜਿਹੜੇ ਫੈਕਟ ਨੇ ਉਹਨਾਂ ਦੇ ਵਿੱਚ ਅਜੇ ਵੀ ਕੁਝ ਲੋਕ ਬਚੇ ਹੋਏ ਨੇ ਜੀ। ਹਾਂ ਟਿਵਾਣਾ ਸਾਹਿਬ, ਸਭ ਤੋਂ ਵੱਡੀ ਗੱਲ ਤੇ ਇਹ ਆ ਕਿ 1 ਜੂਨ 2015 ਨੂੰ ਬੁਰਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਚੋਰੀ ਹੋ ਜਾਂਦੇ ਆ। 5 ਮਹੀਨੇ ਤੱਕ, ਯਾਨੀ ਕਿ ਅਕਤੂਬਰ ਤੱਕ ਸਰਕਾਰ ਨਹੀਂ ਜਾਗੀ, ਨਾ ਪੁਲਿਸ ਪ੍ਰਸ਼ਾਸਨ ਜਾਗਿਆ। ਈਵਨ ਕਿ ਸਤੰਬਰ ਦੇ ਵਿੱਚ ਬਹੁਤ ਕੁਝ ਕਲੀਅਰ ਹੋ ਗਿਆ ਸੀ ਜਿਸ ਵੇਲੇ ਪੋਸਟਰ ਲੱਗਿਆ ਕਿ ਇਹ ਕਰਵਾਇਆ ਕਿਹਨੇ ਆ ਤੇ ਕੌਣ ਕੌਣ ਸ਼ਾਮਲ ਆ। ਉਸ ਵੇਲੇ ਬਹੁਤ ਕੁਝ ਜਿਹੜਾ ਉਹ ਕਲੀਅਰ ਹੋ ਗਿਆ ਸੀ। ਹੁਣ ਤੁਸੀਂ ਦੇਖੋ 1 ਜੂਨ 2015 ਨੂੰ ਜਿਸ ਦਿਨ ਸਰੂਪ ਚੋਰੀ ਹੁੰਦਾ ਹੈ ਬੁਰਜਵਾਰ ਸਿੰਘ ਵਾਲਾ ਤੋਂ, ਉੱਥੇ ਗੁਰਦੇਵ ਪ੍ਰੇਮੀ ਦੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਆ। ਗੁਰਦੇਵ ਪ੍ਰੇਮੀ ਨੇ ਕਹਿ ਕੇ ਉਹਦੀ ਇਨਫੋਰਮੇਸ਼ਨ ਸੀ ਇਸ ਵੇਲੇ ਗੁਰਦੁਆਰਾ ਸਾਹਿਬ 'ਚ ਕੋਈ ਨਹੀਂ ਤੇ ਤੁਸੀਂ ਆ ਜਾਓ। ਸੁਖਜਿੰਦਰ ਸਨੀ ਤੇ ਇੱਕ ਰਣਦੀਪ ਨੀਲਾ, ਇਹ 2 ਜਣੇ ਉੱਥੋਂ ਸਰੂਪ ਜਿਹੜਾ ਉਹ ਚੋਰੀ ਕਰਕੇ ਜਿਹੜਾ ਉਹ ਲੈ ਜਾਂਦੇ ਨੇ।
ਉਦੋਂ ਤੱਕ ਕਿਸੇ ਨੂੰ ਕੋਈ ਇਲਮ ਨਹੀਂ ਸੀ, ਕੋਈ ਕੁਛ ਨਹੀਂ ਸੀ। ਲੇਕਿਨ ਅਗਲੇ ਦਿਨ 2 ਤਰੀਕ ਨੂੰ ਬਾਜਾਖਾਨਾ ਥਾਣੇ 'ਚ ਇਹਦੀ FIR ਜਿਹੜੀ ਆ ਉਹ ਦਰਜ ਹੋ ਗਈ। ਹੁਣ ਦੇਖੋ ਇਹਨਾਂ ਦੋਨਾਂ ਨੇ ਅੱਗੇ ਕੀ ਕੀਤਾ, ਇੱਕ ਰਣਜੀਤ ਸਿੰਘ ਭੋਲਾ, ਇੱਕ ਨਿਸ਼ਾਨ ਸਿੰਘ ਆ, ਇੱਕ ਬਲਜੀਤ ਸਿੰਘ ਆ, ਇੱਕ ਸ਼ਕਤੀ ਸਿੰਘ ਆ, ਇੱਕ ਨਰਿੰਦਰ ਸ਼ਰਮਾ ਜਿਹੜਾ ਉਹ ਸਾਡੀ ਜਿਹੜੀ ਉਸ ਵੇਲੇ ਦੀ ਇਨਵੈਸਟੀਗੇਸ਼ਨ ਸੀ ਉਹਦੇ 'ਚ ਨਹੀਂ ਸੀ ਆਇਆ, ਲੇਕਿਨ ਹੁਣ ਆਇਆ। ਉਹ ਮੈਨੂੰ ਵੀ ਥੋੜਾ ਜਿਹਾ ਚੰਬਾ, ਚਲੋ ਖੈਰ ਪੁਲਿਸ ਦੀ ਬੜੀ ਡੂੰਘਾਈ 'ਚ ਪੁਲਿਸ ਜਿਹੜੀ ਉਹ ਜਾ ਕੇ ਇਨਵੈਸਟੀਗੇਸ਼ਨ ਕਰਦੀ ਆ, ਹੋ ਸਕਦਾ ਕਿ ਇਹ ਕਿਤੇ ਨਾ ਕਿਤੇ ਛੁੱਟ ਗਿਆ। ਇਹਨਾਂ ਰਾਹੀਂ ਸਰੂਪ ਜਿਹੜਾ ਸੀਗਾ ਉਹ ਇਹਨਾਂ ਨੇ ਬਲਜੀਤ ਸਿੰਘ ਜਿਹਦਾ ਕਿ ਬਰਗਾੜੀ ਦੇ ਨੇੜੇ ਹੀ ਸਿੰਘਾਵਾਲਾ ਪਿੰਡ ਸੀਗਾ, ਉੱਥੇ ਇਹ ਲੈ ਗਏ, ਉੱਥੇ ਲਿਜਾ ਕੇ ਇਹਨਾਂ ਨੇ ਰੱਖ ਦਿੱਤਾ। ਹੁਣ ਉਧਰ 2 ਜੂਨ ਨੂੰ FIR ਦਰਜ ਹੋ ਗਈ, ਇਹ ਸਾਰਾ ਕੁਝ ਹੋ ਗਿਆ। ਇਹ ਨਿਰੰਤਰ ਜਿਹੜਾ ਇਹ 11 ਸਤੰਬਰ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਜੀ। 11 ਸਤੰਬਰ ਤੱਕ ਇਹਨਾਂ ਨੂੰ ਕੁਝ ਨਹੀਂ ਲੱਭਿਆ। 11 ਸਤੰਬਰ ਨੂੰ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਆ ਜਿਸ 'ਚ ਧਮਕੀ ਦਿੱਤੀ ਜਾਂਦੀ ਆ ਕਿ ਸਿੱਖੋ ਤੁਹਾਡਾ ਗੁਰੂ ਜਿਹੜਾ ਉਹ ਸਾਡੇ ਕਬਜ਼ੇ 'ਚ ਜੇ ਹਿੰਮਤ ਆ ਛੁਡਾ ਲਓ। ਉਹ ਕਿਸੇ ਨੂੰ ਫੇਰ ਨਾ ਸਮਝ ਲੱਗਿਆ, ਲੇਕਿਨ ਉੱਥੇ ਇੱਕ ਗੋਪਾਲ ਸੀਗਾ ਜਿਹਦੀ ਸਟੇਸ਼ਨਰੀ ਦੀ ਦੁਕਾਨ ਸੀ, ਜਿਹਨੇ ਗੋਪਾਲ ਨੇ ਬਾਅਦ 'ਚ 164 'ਚ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਵੀ ਦਰਜ ਕਰਵਾਏ ਆ ਕਿ ਇਹ ਜਿਹੜੇ ਸੀਗੇ ਇਹ ਮੇਰੇ ਤੋਂ ਇਹਨਾਂ ਨੇ ਲਏ ਸੀਗੇ। ਦੂਸਰਾ ਚਾਰਟ ਉਹਦੇ ਉੱਤੇ ਜਿਹੜੇ ਸੀਗੇ ਉਹ ਵਰਡਿੰਗ ਜਿਹੜੀ ਸੀਗੀ ਉਹ ਮਹਿੰਦਰਪਾਲ ਬਿੱਟੂ ਲਿਖਾਉਣ ਵਾਲਾ ਸੀਗਾ, ਤੇ ਉਹਦੇ 'ਚ ਉਹਨੇ ਉਹ ਸਾਰਾ ਖੁਲਾਸੇ ਕਰ ਦਿੱਤੇ ਕਿ ਸੁਖਜਿੰਦਰ ਸਾਨੀ ਦੇ ਕਿਸ ਤਰ੍ਹਾਂ ਇਹਦੀ ਹੈਂਡਰਾਈਟਿੰਗ ਸੀ, ਉਹ ਸਾਰਾ ਕੁਝ ਉਹਦੇ 'ਚ ਟਵਾਣਾ ਸਭ ਕਲੀਅਰ ਹੋ ਗਿਆ ਸੀਗਾ। ਹੁਣ ਵੱਡੀ ਗੱਲ ਤਾਂ ਸੀ ਵੀ ਉਦੋਂ ਤੱਕ ਸਰਕਾਰ ਸੁੱਤੀ ਰਹੀ, ਉਦੋਂ ਤੱਕ ਵੀ ਫਿਰ ਵੀ ਕਿਸੇ ਦੇ ਕੋਈ ਅਸਰ ਨਹੀਂ ਹੋਇਆ। ਉਹਦੇ ਬਾਅਦ 24 ਸਤੰਬਰ ਆਉਂਦਾ, 24 ਸਤੰਬਰ ਨੂੰ ਸਰਸੇ ਵਾਲੇ ਸਾਧ ਨੂੰ ਅਕਾਲ ਤਖਤ ਸਾਹਿਬ ਵੱਲੋਂ ਮਾਫ ਕਰ ਦਿੱਤਾ ਜਾਂਦਾ। ਜਦੋਂ ਮਾਫ ਕਰ ਦਿੱਤਾ ਉਹਦੇ ਬਾਅਦ ਤੁਸੀਂ ਹੁਣ ਉਸ ਤੋਂ ਬਾਅਦ ਜਾ ਕੇ 11 ਅਕਤੂਬਰ ਦੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਆ ਉਹ ਬਰਗਾੜੀ ਦੀਆਂ ਗਲੀਆਂ 'ਚ ਖਿਲਾਰ ਦਿੱਤੇ ਗਏ। ਹੁਣ ਟਵਾਣਾ ਸਾਹਿਬ 3 ਇੰਸੀਡੈਂਟ ਹੋ ਗਏ। ਪਹਿਲਾ 1 ਜੂਨ ਵਾਲਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਬੁਰਜਵਾਰ ਸਿੰਘ ਵਾਲਾ ਤੋਂ, ਬਰਗਾੜੀ ਦੇ ਵਿੱਚ ਧਮਕੀ ਭਰੇ ਪੋਸਟਰ ਲੱਗਦੇ ਆ, ਫਿਰ ਉੱਥੇ ਜਿਹੜੇ ਅੰਗ ਖਿਲਾਰੇ ਜਾਂਦੇ। 3 FIR ਜਿਹੜੀਆਂ ਇਹ ਅਲੱਗ-ਅਲੱਗ ਮਤਲਬ ਕੇਸ ਜਿਹੜੇ ਸੀਗੇ ਉਹ ਬਣ ਗਏ, ਲੇਕਿਨ ਇਹ ਜਾ ਕੇ ਨਵੰਬਰ ਦੇ ਵਿੱਚ CBI ਨੂੰ ਹੈਂਡਓਵਰ ਕਰਤਾ, ਜਿਹੜਾ ਕਿ 20 ਫਰਵਰੀ 2020 ਤੱਕ CBI ਦੇ ਹੱਥ 'ਚ ਰਿਹਾ, ਕਿਉਂਕਿ ਸੁਪਰੀਮ ਕੋਰਟ ਨੇ ਹੁਣ ਇਜਾਜ਼ਤ ਦਿੱਤੀ ਤਾਂ ਪੰਜਾਬ ਪੁਲਿਸ ਕੋਲ ਆਇਆ, ਨਹੀਂ ਤਾਂ ਪੰਜਾਬ ਪੁਲਿਸ ਦੇ ਹੱਥ ਹੀ ਨਹੀਂ ਹੁਣ ਤੱਕ ਆਇਆ। ਔਰ ਜਦੋਂ 11-12 ਨੂੰ ਇਹ ਹੋ ਗਿਆ, 13 ਤਰੀਕ ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਦੋਨੋਂ ਜਗ੍ਹਾ ਤੇ ਧਰਨੇ ਲੱਗ ਗਏ। 12 ਨੂੰ ਹੀ ਲੱਗ ਗਏ, 13 ਨੂੰ ਲੱਗੇ ਰਹੇ। 14 ਤਰੀਕ ਨੂੰ ਸਵੇਰੇ ਜਿਹੜਾ ਕੋਟਕਪੂਰਾ ਸੀ ਉੱਥੇ ਲਾਠੀਚਾਰਜ ਹੋਇਆ, ਉੱਥੇ ਸਿੰਘ ਘੱਟ ਸੀਗੇ, ਉਹਨਾਂ ਦੇ ਸੱਟਾਂ ਲੱਗੀਆਂ, ਲੇਕਿਨ ਉੱਥੇ ਕਿਸੇ ਦੀ ਡੈਥ ਨਹੀਂ ਹੋਈ। ਜਿਹੜਾ ਬੁਰਜਵਾਰ ਸਿੰਘ ਵਾਲਾ ਸੀਗਾ ਜਿਹੜਾ ਬਹਿਬਲ ਕਲਾਂ ਸੀ, ਇੱਥੇ ਆ ਕੇ 2 ਸਿੰਘ ਜਿਹੜੇ ਸੀ ਉਹ ਸ਼ਹੀਦ ਹੋ ਗਏ, ਜਿਸ ਤੋਂ ਵਿਵਾਦ ਵੱਧ ਗਿਆ। ਜਦੋਂ ਵਿਵਾਦ ਵੱਧ ਗਿਆ ਸਰਕਾਰ ਹਾਸ਼ੀਏ ਤੇ ਆ ਗਈ, ਉਹਦਾ ਕਰਕੇ ਇਹ ਸਾਰਾ ਜਿਹੜਾ ਸੀਗਾ ਤਾਣਾ ਬਾਣਾ ਜਿਹੜਾ ਸੀ ਉਹ ਉਲਝ ਕੇ ਰਹਿ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਟਵਾਣਾ ਸਾਹਿਬ ਇਹਦੇ ਤੇ ਨਿਰੰਤਰ ਜਿਹੜੀ ਉਹ ਰਾਜਨੀਤੀ ਜਿਹੜੀ ਉਹ ਚੱਲਦੀ ਰਹੀ ਆ। ਅਸੀਂ ਸਤੰਬਰ ਦੇ ਵਿੱਚ ਜਦੋਂ ਉਸ ਵੇਲੇ ਜਦੋਂ ਅਕਤੂਬਰ 'ਚ ਕਾਟਜੂ ਕਮਿਸ਼ਨ ਬਣਿਆ, ਉਹਦੇ ਬਾਅਦ ਜੋਰਾ ਸਿੰਘ ਕਮਿਸ਼ਨ ਬਣਿਆ, ਮੈਂ ਇਹ ਸਾਰੇ ਅੰਕੜੇ ਦਿੱਤੇ ਸੀ, ਲੇਕਿਨ ਬਦਕਿਸਮਤੀ ਕਿਸੇ ਨੇ ਵੀ ਇਹਨਾਂ ਅੰਕੜਿਆਂ ਦੇ ਉੱਤੇ ਗੌਰ ਨਹੀਂ ਕੀਤੀ, ਕਿਉਂਕਿ ਤੁਹਾਡੇ ਵਾਲਾ ਜਿਹੜਾ ਡਾਕੂਮੈਂਟ ਹੁੰਦਾ ਸੀ ਉਹਨੂੰ ਰੱਦੀ ਸਮਝ ਕੇ ਸੁੱਟ ਦਿੱਤਾ ਜਾਂਦਾ ਸੀ, ਉਹਨੂੰ ਕੋਈ ਸਮਝਦਾ ਨਹੀਂ ਸੀ। ਤਾਂ ਮੈਂ ਕੀ ਕੀਤਾ, ਮੈਂ ਸਾਰੇ ਨੂੰ ਬੁੱਕ ਦੇ ਰੂਪ 'ਚ ਲਿਖਣਾ ਸ਼ੁਰੂ ਕਰ ਦਿੱਤਾ। ਮਤਲਬ ਮੈਂ ਇਹੀ ਨਹੀਂ ਲਿਖਿਆ, ਤੁਹਾਨੂੰ ਤਾਂ ਪਤਾ ਮੈਂ 78 ਤੋਂ ਲੈ ਕੇ ਸਾਰਾ ਕੁਝ ਲਿਖਿਆ। ਮੈਂ ਇਸ ਕਰਕੇ ਲਿਖਿਆ ਸੀ ਕਿ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਦੇਣਾ, ਜੋ ਇਨਸਾਫ ਨਹੀਂ ਦੇਣਗੀਆਂ ਤੇ ਅਸੀਂ ਜਿਹੜਾ ਲਿਖ ਕੇ ਅੱਜ ਛੱਡ ਕੱਲ ਅਸੀਂ ਇਸ ਦੁਨੀਆ ਤੇ ਹੋਏ ਨਾ ਹੋਏ, ਲੇਕਿਨ ਜਿਸ ਤਰ੍ਹਾਂ ਅਰੂੜ ਸਿੰਘ ਨੇ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਦਾ ਜਿਹੜਾ ਸੀਗਾ ਉਸ ਵੇਲੇ ਜਨਰਲ ਡਾਇਰ ਨੂੰ ਜਿਸ ਤਰ੍ਹਾਂ ਸਰੋਪਾ ਦਿੱਤਾ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਨੂੰ, ਤੇ ਬਾਅਦ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਨਾਨੇ ਦੀ ਜਗ੍ਹਾ ਜਿਹੜੀ ਮਾਫੀ ਮੰਗਣੀ ਪਈ। ਮੈਂ ਕਿਹਾ ਜਿਹੜਾ ਕੁਝ ਅੱਜ ਛੱਡ ਜਾਂਗੇ ਨਾ, ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਇਹ ਪੋਲੀਟੀਸ਼ੀਅਨ ਸੀ, ਜਿਹੜੇ ਬਿਊਰੋਕਰੇਟ ਸੀ, ਜੋ ਕੁਝ ਇਹਨਾਂ ਕੀਤਾ, ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਸੀ ਉਹ ਆ ਕੇ ਸੰਗਤ ਤੋਂ ਜਿਹੜੀ ਉਹ ਮਾਫੀ ਮੰਗਣਗੇ ਕਿ ਸਾਡੇ ਵੱਡੇ ਵਡੇਰੇ ਜਿਹੜੇ ਆ ਕੁਝ ਜਿਹੜਾ ਕਰਕੇ ਗਏ। ਹੁਣ ਟਵਾਣਾ ਸਾਹਿਬ ਇੱਥੇ ਕੀ ਹੋਇਆ, ਇਹ ਸਾਰਾ ਕੁਝ ਚੱਲਦਾ ਰਿਹਾ। 5 ਨਵੰਬਰ ਨੂੰ ਇਹ ਇਨਕੁਆਇਰੀ CBI ਨੂੰ ਚਲੀ ਗਈ। ਦੂਸਰੀ ਜਿਹੜੀ ਸੀ ਗੋਲੀ ਦੇ ਆਰਡਰ ਕਿਹਨੇ ਦਿੱਤੇ, ਉਹਨੂੰ ਗੋਲਮੋਲ ਕੀਤਾ ਗਿਆ। ਪੁਲਿਸ ਦੀ ਜਿਪਸੀ ਤੇ ਜੀ ਅਟੈਕ ਹੋਇਆ, ਜੇ ਉਹ ਜੋ ਕਹਾਣੀਆਂ ਘੜੀਆਂ ਗਈਆਂ, ਸਾਰਾ ਕੁਝ ਨਿਰੰਤਰ ਚੱਲਦਾ ਰਿਹਾ। ਕਾਂਗਰਸ ਸਰਕਾਰ ਕਵੇ ਅਸੀਂ ਇਨਸਾਫ ਦੇਵਾਂਗੇ, ਲੇਕਿਨ ਕੋਈ ਇਨਸਾਫ ਵਾਲੇ ਬੰਨੇ ਨਾ ਚੱਲਿਆ। 2017 'ਚ ਆ ਕੇ ਇੱਕ ਨਵਾਂ ਕਮਿਸ਼ਨ ਜਿਹੜਾ ਉਹ ਕਾਇਮ ਕਰ ਦਿੱਤਾ ਗਿਆ ਜਸਟਿਸ ਰਣਜੀਤ ਸਿੰਘ ਦੀ ਅਗਵਾਈ 'ਚ। ਉਹਦੀ ਅਜੇ ਇਨਕੁਆਇਰੀ ਚੱਲ ਰਹੀ ਸੀ ਕਿ ਉਸ ਤੋਂ ਪਹਿਲਾਂ ਜੂਨ 2018 'ਚ ਰਣਬੀਰ ਸਿੰਘ ਖੱਟੜਾ ਵਾਲੀ SIT ਜਿਹੜੀ ਕਿ ਨਵੰਬਰ ਦੇ ਵਿੱਚ ਗੁਰੂ ਸਾਹਿਬ, ਮਲਕੇ ਤੇ ਬਾਗਾ ਪੁਰਾਣਾ ਤੇ ਇੱਕ ਹੋਰ ਇਨਸੀਡੈਂਟ ਸੀਗਾ ਭਗਤੇਗਾ, ਉਹਨਾਂ 4 ਜਗ੍ਹਾ ਤੇ 20
ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਉਹਦੇ ਲਈ ਬਣੀ ਸੀ। ਇਹਨਾਂ ਨੇ ਉੱਥੋਂ ਆ ਕੇ ਹੌਲੀ ਹੌਲੀ ਕਲਿਊ ਲੈ ਲਿਆ ਤੇ ਇਹਨਾਂ ਨੇ ਇਹ ਸਾਰਿਆਂ ਨੂੰ ਅਰੈਸਟ ਕਰ ਲਿਆ। ਹੁਣ ਸਵਾਲ ਤੇ ਆ ਵੀ ਉਸ ਵੇਲੇ ਅਰੈਸਟ ਕੀਤੇ ਉਹਦੇ ਚੋਂ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਨੀ ਤੇ ਸ਼ਕਤੀ ਸਿੰਘ, 3 ਜਣੇ ਜਿਹੜੇ ਸੀ, ਤਿੰਨਾਂ ਨੂੰ CBI ਨੇ ਰਿਮਾਂਡ ਤੇ ਲਿਆ ਜੀ। ਉੱਥੋਂ ਮਹਿੰਦਰਪਾਲ ਬਿੱਟੂ ਕਿਉਂਕਿ ਮੋਗਾ ਬੰਬ ਕਾਂਡ 'ਚ ਇੱਕ 'ਚ ਫੜਿਆ ਹੋਇਆ ਸੀ, ਉਹ ਨਾਭਾ ਜੇਲ੍ਹ ਆ ਗਿਆ, ਉਹ ਬਾਅਦ ਦੇ ਵਿੱਚ ਉਹਦੀ ਡੈਥ ਹੋ ਗਈ ਉੱਥੇ। ਲੇਕਿਨ ਜਿਹੜੇ ਦੂਜੇ 2 ਸੀ ਇਹ ਜ਼ਮਾਨਤ ਤੇ ਚਲੇ ਗਿਆ। ਹੁਣ ਜਿਹੜੇ 7 ਫੜੇ ਨੇ, 7 ਚੋਂ 5 ਜਿਹੜੇ ਉਹ ਜੇਲ੍ਹ ਭੇਜ ਦਿੱਤੇ, 2 ਜਿਹੜੇ ਸੀ ਉਹ ਆਲਰੇਡੀ ਜ਼ਮਾਨਤ ਤੇ ਸੀ, ਉੱਥੇ ਕੰਮ ਨਿਬੜ ਗਿਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਇਸ ਵੇਲੇ ਟਵਾਣਾ ਸਾਹਿਬ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਉਹਦੇ 'ਚ ਕੀ ਆ ਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ, ਇਹ ਜਿਹੜੇ 3 ਸ਼ਖਸ ਨੇ, ਇਹ ਤਿੰਨੋਂ ਅੱਗੇ ਡੇਰੇ ਦੀਆਂ ਇੰਸਟਰਕਸ਼ਨਾਂ ਜਿਹੜੀਆਂ ਮਹਿੰਦਰਪਾਲ ਬਿੱਟੂ ਨੂੰ ਦਿੰਦੇ ਸੀ ਤੇ ਮਹਿੰਦਰਪਾਲ ਬਿੱਟੂ ਅੱਗੇ ਇਹਨਾਂ ਸਾਰਿਆਂ ਨੂੰ ਦਿੰਦਾ ਸੀ ਜਿੰਨੇ ਇਹ ਸੀਗੇ। ਹੁਣ ਇੱਥੇ ਗੱਲ ਦੇ ਰਕੇਸ਼ ਦਿੜਬਾ ਜਿਹੜਾ ਉਹ ਇੰਸਟਰਕਸ਼ਨਾਂ ਕਿਹਦੇ ਤੋਂ ਲੈਂਦਾ ਸੀ? ਹੁਣ ਸਰਸੇ ਵਾਲੇ ਨੂੰ ਤਾਂ ਇਹਦੇ 'ਚ ਮੁਰਜਮ ਬਣਾ ਲਿਆ, ਕਿਉਂਕਿ ਜਦੋਂ ਇੰਸਟਰਕਸ਼ਨਾਂ ਉੱਥੋਂ ਆਉਂਦੀਆਂ ਸੀ ਮੁਰਜਮ ਬਣਦਾ, ਬਿਲਕੁਲ ਉਹਨੂੰ ਮੁਰਜਮ ਬਣਾ ਲਿਆ। ਉੱਥੋਂ ਸਰਸੇ ਵਾਲਾ ਇੰਸਟਰਕਸ਼ਨਾਂ ਦਿੰਦਾ ਸੀ ਹਨੀਪ੍ਰੀਤ ਨੂੰ, ਹਨੀਪ੍ਰੀਤ ਅੱਗੇ ਕਿਹਨੂੰ ਦਿੰਦੀ ਸੀ? ਡਾਕਟਰ ਆਦਿਤਿਆ ਇੰਸਾ ਤੇ ਜਿਹੜੀ ਉੱਥੇ ਉਪਾਸਨਾ, ਦੋਨਾਂ ਨੂੰ ਉਪਾਸਨਾ, ਹਾਂਜੀ ਉਪਾਸਨਾ, ਤੇ ਉਹ ਦੋਨੋਂ ਜਿਹੜੇ ਸੀਗੇ ਉਹ ਅੱਗੇ ਇਹਨੂੰ ਰਕੇਸ਼ ਦਿੜਬੇ ਨੂੰ ਦਿੰਦੇ ਸੀ। ਹੁਣ ਸਵਾਲ ਇਹ ਖੜਾ ਹੁੰਦਾ, ਇਹ ਤਾਂ ਵੈਸੇ ਕਲੀਅਰ ਹੈ ਕਿ ਰਕੇਸ਼ ਦਿੜਬਾ ਹੋਰਾਂ ਨੇ ਜਾਂ ਇਹ ਲੋਕ ਨੇ ਇਸ ਦੇ ਰਾਮ ਰਹੀਮ ਦੇ ਸੰਪਰਕ 'ਚ ਤਾਂ ਨਹੀਂ ਸੀਗੇ, ਪਰ ਬਿਜਲੀਆਂ ਕੜੀਆਂ ਨੇ ਜਿਹੜੀਆਂ ਉਹ ਅਜੇ ਪੁਲਿਸ ਨੇ ਨਹੀਂ ਚੱਕੀਆਂ, ਉਹ ਕਾਰਨ ਪਤਾ ਨਹੀਂ ਕੀ ਨੇ। ਹਾਂ, ਮੈਂ ਟਵਾਣਾ ਸਭ ਉਸੇ ਤੇ ਆਉਣ ਲੱਗਿਆ। ਮਤਲਬ ਬਾਕੀ ਠੀਕ ਆ, ਜਾਰੀ ਆ ਇਨਵੈਸਟੀਗੇਸ਼ਨ, ਠੀਕ ਆ, ਮੈਂ ਉਹਦੇ ਤੇ ਨਹੀਂ ਆਉਂਦਾ। ਸ਼ਾਇਦ ਇਹ ਵੀ ਪੱਖ ਹੋ ਸਕਦਾ ਕਿ ਜਿਸ ਤਰ੍ਹਾਂ ਇਹ ਦੋਨੋਂ ਲੇਡੀਜ਼ ਨੇ, ਆਦਿਤਿਆ ਤੇ ਫਰਾਰ ਹੀ ਹੈ, ਉਪਾਸਨਾ ਤੇ ਹਨੀਪ੍ਰੀਤ ਵੀ ਲੇਡੀਜ਼ ਕਰਕੇ ਸੌਫਟ ਨਾ ਹੋ ਜੇ ਕੇਸ, ਸ਼ਾਇਦ ਹੋ ਪਰ ਰਕੇਸ਼ ਦਿੜਬਾ ਕਿਉਂ ਛੱਡਿਆ ਗਿਆ? ਕਿਉਂਕਿ ਡੇਰੇ ਤੋਂ ਜਿਹੜੇ ਇੰਸਟਰਕਸ਼ਨ ਸੀ ਉਹ ਰਕੇਸ਼ ਦਿੜਬਾ ਦੇ ਥਰੂ ਆਉਂਦੀ ਸੀ। ਮੈਂ ਟਵਾਣਾ ਸਾਹਿਬ ਗੱਲ ਤਾਂ ਇਹ ਸੀ ਕਿ ਜਿਹੜਾ ਕੁਝ ਪੁਲਿਸ ਨੇ ਜੂਨ 2018 ਚ ਲਿਆ ਕੇ ਇੱਕ ਸੈਕਿੰਡ ਤੁਹਾਡੀ ਗੱਲ ਵਿਚਾਲਿਆ, ਕਿਉਂਕਿ ਜਦੋਂ ਰਾਮ ਰਹੀਮ ਭਾਵੇਂ ਚਾਰਜ ਸ਼ੀਟ ਦੇ ਵਿੱਚ ਪਾ ਲਿਆ, ਪਰ ਜਦੋਂ ਸੋਰਸ ਨਹੀਂ ਹੈ ਇਹ ਪਤਾ ਕਿ ਉਹ ਸਿੱਧਾ ਇਹਨਾਂ ਨੂੰ ਸੰਦੇਸ਼ ਨਹੀਂ ਦਿੰਦਾ, ਜਿਹੜੀਆਂ ਵਿਚਲੀਆਂ ਕੜੀਆਂ ਪਾਈਆਂ ਹੀ ਨਹੀਂ, ਸ਼ਾਇਦ ਕਿਤੇ ਨਾ ਕਿਤੇ ਰਾਮ ਰਹੀਮ ਨੂੰ ਇਹਦਾ ਫਾਇਦਾ ਮਿਲ ਜੇ, ਸ਼ੱਕ ਦੀ ਬਿਨਾਂ ਤੇ ਉਹ ਬਰੀ ਹੋ ਸਕਦਾ। ਟਵਾਣਾ ਸਾਹਿਬ ਜੇਕਰ ਉਹਨੂੰ ਰਿਮਾਂਡ ਤੇ ਨਾ ਲਿਆਂਦਾ, ਕੜੀ ਨਾ ਜੋੜੀ, ਤੇ ਫਿਰ ਰਾਮ ਰਹੀਮ ਦਾ ਇਸ ਕੇਸ 'ਚ ਬਰੀ ਹੋਣਾ ਤੈਅ ਹੈ, ਬਰੀ ਹੋਣਾ ਤੈਅ ਆ। ਮੈਂ ਬੜਾ ਸਪਸ਼ਟ, ਕਿਉਂਕਿ ਇੱਕ ਲੰਬਾ ਸਮਾਂ ਹੋ ਗਿਆ। ਤੁਸੀਂ ਟਵਾਣਾ ਸਾਹਿਬ 1984 ਦਿੱਲੀ ਕਤਲੇਆਮ ਨੂੰ ਦੇਖੋ ਕੀ ਹਾਲਤ ਹੋਈ। ਤੁਸੀਂ 34-35 ਸਾਲ ਦੇ ਬਾਅਦ ਜਾ ਕੇ ਤੁਸੀਂ ਸਿਰਫ ਇੱਕ ਸੱਜਣ ਕੁਮਾਰ ਨੂੰ ਟੰਗ ਸਕੇ ਹੋ। ਤੁਹਾਡੇ ਕੋਲ ਕੀ ਸੀ? ਕਿਉਂਕਿ ਜਿੰਨਾ ਸਮਾਂ ਵੱਧ ਹੋ ਜਾਂਦਾ ਉਹਦੇ ਵਿੱਚ ਤੁਹਾਡਾ ਐਵੀਡੈਂਸ ਜਿਹੜਾ ਉਹ ਸਾਰੇ ਦਾ ਸਾਰਾ ਖਤਮ ਹੋ ਜਾਂਦਾ। ਇਹੀ ਕੁਝ ਇੱਥੇ ਵਾਪਰਿਆ ਹੋਇਆ ਵਾ। ਇੱਥੇ ਹੁਣ ਜਿੰਨੀ ਦੇਰ ਤੱਕ ਇਹ ਕੜੀ ਨਹੀਂ ਜੁੜੇਗੀ ਉਹਦਾ ਉਹਨੂੰ ਬੈਨੀਫਿਟ ਮਿਲੇਗਾ। ਪਰ ਜੋ ਮੈਨੂੰ ਪਤਾ ਲੱਗਿਆ, ਜਿਹੜਾ ਚਲਾਨ ਪੇਸ਼ ਕੀਤਾ, ਜੋ ਕੁਛ ਇਹਨਾਂ ਕੋਲ ਹੁਣ ਤੱਕ ਜਾਣਕਾਰੀ ਆਈ ਆ ਉਹਦੇ ਮੁਤਾਬਕ ਇਹਨਾਂ ਨੇ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦਾ ਤੇ 3 ਇਹ ਵਿਅਕਤੀ ਜਿਹੜੇ ਇਹਨਾਂ ਦੇ ਜਿਹੜੇ ਆ ਵਾਰੰਟ ਇਸ਼ੂ ਕਰਨ ਦੇ, ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ, ਇਹਨਾਂ ਦੇ ਜਿਹੜੇ ਵਾਰੰਟ ਇਸ਼ੂ ਕਰਨ ਦੇ ਲਈ ਕੋਰਟ ਨੂੰ ਜਿਹੜੀ ਉਹ ਬੇਨਤੀ ਕੀਤੀ ਆ। ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਇਹਦੇ ਉੱਤੇ ਜਿਹੜਾ ਉਹ ਫੈਸਲਾ ਹੋ ਜੂ। ਪਰ ਮੈਂ ਜਿਹੜੇ ਗਿਣੇ ਆ ਕਿ ਘੱਟੋ ਘੱਟ ਇਹਦੇ ਵਿੱਚ ਜਿਹੜੇ 4 ਸ਼ਖਸ ਛੱਡੇ ਗਏ ਆ ਉਹ ਮੁਰਜਮ ਕਿਉਂ ਨਹੀਂ ਬਣਾਏ ਗਏ? ਠੀਕ ਹੈ। ਦੂਸਰੀ ਗੱਲ, ਹੁਣ ਇਹਦੇ ਤੇ ਬੜੀ ਟਵਾਣਾ ਸਾਹਿਬ ਬੜਾ ਵਾਵੇਲਾ ਹੋਊਗਾ, ਬੜਾ ਕੁਝ ਹੋਏਗਾ। CBI ਜਿਹਨੂੰ ਅਸੀਂ ਜਦੋਂ ਦਿੱਲੀ ਕਤਲੇਆਮ ਦੀ ਗੱਲ ਹੁੰਦੀ ਸੀ ਅਸੀਂ ਕਹਿੰਦੇ ਸੀ ਕਾਂਗਰਸ ਦਾ ਰਾਜਾ, ਤੇ ਕਾਂਗਰਸ ਜਿਹੜੀ ਆ ਉਹਨੇ ਮਤਲਬ ਸੁਪਰੀਮ ਕੋਰਟ ਦੀ ਅਸੀਂ ਵਰਡਿਕ ਸੀ ਉਹਦਾ ਹਵਾਲਾ ਦਿੰਦੇ ਸੀ ਕਿ CBI ਜਿਹੜੀ ਉਹ ਪਿੰਜਰੇ ਦਾ ਤੋਤਾ CBI ਨੇ ਕਿਹਾ ਸੀ। ਉਹਨਾਂ ਦੇ ਡਾਇਰੈਕਟਰ ਰਣਜੀਤ ਸਿੰਘ ਨਾ ਖੁਦ ਕਹਿੰਦੇ ਸੀ। ਹਾਂ, ਮੈਂ ਮਤਲਬ ਸੁਪਰੀਮ ਕੋਰਟ ਨੇ ਵੀ ਕਿਹਾ ਸੀ। ਪਰ ਗੱਲ ਤੇ ਹੈ ਨਾ ਕਿ ਪੰਜਾਬ ਵਿਧਾਨ ਸਭਾ ਨੇ ਅਗਸਤ 2018 ਦੇ ਵਿੱਚ ਮਤਾ ਪਾਸ ਕੀਤਾ। ਉਹ ਮਤਾ ਪਾਸ ਕਰਨ ਤੋਂ ਪਹਿਲਾਂ ਵਿਧਾਨ ਸਭਾ ਤੋਂ ਕੈਪਟਨ ਸਾਹਿਬ ਨੇ ਐਲਾਨ ਕਰਤਾ ਸੀ ਵੀ ਜਿਹੜੀ ਇਹ ਬਾਅਦ 'ਚ ਸਿੱਟ ਬਣੀ ਆ ਪ੍ਰਮੋਦ ਕੁਮਾਰ DIG ਦੇ ਅੰਡਰ, ਵੀ ਇਹ ਜਿਹੜੀ ਸਿੱਟ ਆ ਵੀ ਇਹ ਜਿਹੜੀ ਆ ਇਹ ਸਿੱਟ ਨਹੀਂ ਸੀ ਬਣਾਉਣੀ। ਉਹ ਕਹਿੰਦੇ ਸੀ ਵੀ ਇਹ ਕੇਸ ਵੀ CBI ਨੂੰ ਦੇ ਦਾਂਗੇ। ਲੇਕਿਨ ਜਦੋਂ ਇਹ ਵਿਧਾਨ ਸਭਾ 'ਚ ਆਇਆ ਉੱਥੇ ਪ੍ਰੈਸ਼ਰ ਪਿਆ ਤਾਂ ਇਹਦੇ ਲਈ ਇੱਕ ਸਿੱਟ ਬਣਾਈ ਗਈ। ਨਾਲ ਹੀ ਜਿਹੜੀ ਪਹਿਲਾਂ CBI ਕੋਲ ਕੇਸ ਸੀ ਉਹਨੂੰ ਵਾਪਸ ਲੈਣ ਲਈ ਕਿਹਾ, ਲੇਕਿਨ CBI ਨੇ ਕੇਸ ਵਾਪਸ ਨਹੀਂ ਕੀਤਾ। CBI ਨੇ ਜੁਲਾਈ 2019 ਚ ਆ ਕੇ CBI ਕੋਰਟ ਦੇ ਵਿੱਚ ਚਾਰਜ ਸ਼ੀਟ ਫਾਈਲ ਕਰਤੀ ਅਨਟ੍ਰੇਸ ਚਲਾਨ ਦੀ, ਵੀ ਸਾਨੂੰ ਇਹਦੇ ਚ ਕੁਝ ਨਹੀਂ ਮਿਲਿਆ। ਜਦੋਂ ਕਿ CBI ਨੂੰ ਪਤਾ ਕਿ ਇਹ ਬੰਦਿਆਂ ਦੇ 164 ਦੇ ਵਿੱਚ ਆਲਰੇਡੀ 3 ਦੇ ਬਿਆਨ ਹੋਏ ਆ। ਇੱਕ ਦੀ ਡੈਥ ਹੋ ਗਈ ਸੀ ਬਾਅਦ ਚ, ਤੇ 2 ਤਾਂ ਮੌਜੂਦ ਨੇ ਜਿਨ੍ਹਾਂ ਦੇ 164 ਚ ਬਿਆਨ ਹੋਏ ਨੇ, ਜਿਹੜੇ CBI ਕੋਲ ਵੀ 7 ਦਿਨ ਕਸਟਡੀ ਚ ਰਹੇ। ਲੇਕਿਨ ਬਦਕਿਸਮਤੀ
ਕਿ ਉੱਥੇ ਆ ਕੇ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ। ਜਦੋਂ ਰੌਲਾ ਪਿਆ ਫਿਰ ਉਹਨਾਂ ਆਪਦੇ ਅਫਸਰ ਚੇਂਜ ਕਰਤੇ, ਦੁਬਾਰਾ ਕਹਿਤਾ ਕਿ ਅਸੀਂ ਰੀਇਨਵੈਸਟੀਗੇਸ਼ਨ ਕਰਨ ਲੱਗੇ। ਪੰਜਾਬ ਸਰਕਾਰ ਹਾਈ ਕੋਰਟ ਚਲ ਗਈ। ਵਧੀਆ ਹੋਇਆ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਹੱਕ 'ਚ ਫੈਸਲਾ ਦੇ ਦਿੱਤਾ। CBI ਉਸ ਫੈਸਲੇ ਦੇ ਅਗੇਂਸਟ ਸੁਪਰੀਮ ਕੋਰਟ ਚਲੀ ਗਈ। ਅਖੀਰ 20 ਫਰਵਰੀ ਨੂੰ 2020 ਨੂੰ ਜਿਹੜਾ ਸੀ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਸਕਦੇ ਹੋ। CBI ਇਹਦੇ ਤੇ ਅਧਿਕਾਰ ਨਹੀਂ ਰੱਖਦੀ। ਹੁਣ CBI ਉੱਤੇ ਫਿਰ ਰਿਵਿਊ ਦੇ ਵਿੱਚ ਜਾ ਰਹੀ ਆ ਕਿ ਸਾਨੂੰ ਇਹਦੀ ਇਜਾਜ਼ਤ ਦਿੱਤੀ ਜਾਵੇ। ਪਰ ਉਸ ਤੋਂ ਪਹਿਲਾਂ ਇਹ ਕੇਸ ਜਿਹੜਾ ਸੀ, ਜਿਹੜਾ ਮੈਂ ਪਹਿਲਾਂ ਕਿਹਾ ਕਿ 4 ਇੰਸੀਡੈਂਟ ਹੋਰ ਹੋਏ ਸੀ ਜਿਹਦੀ 2015 ਤੋਂ ਨਿਰੰਤਰ ਇਨਕੁਆਰੀ ਜਿਹੜੀ ਚੱਲ ਰਹੀ ਸੀ ਉਸੇ ਸਿੱਟ ਨੂੰ ਦੇ ਦਿੱਤੇ। ਹੁਣ ਉਹਨਾਂ ਨੇ ਪਕੜ ਲਿਆ। ਪਰ ਚੰਗਾ ਹੋਵੇ ਕਿ ਇਸ ਕੇਸ ਨੂੰ ਇਸ ਮਜ਼ਬੂਤੀ ਨਾਲ ਪਕੜਿਆ ਜਾਵੇ ਤਾਂ ਕਿ ਜਿਹੜੇ ਦੋਸ਼ੀ ਆ ਉਹ ਬਚ ਨਾ ਪਾਉਣ। ਇਹਦੇ 'ਚ ਇਹ ਹੈ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ CBI ਨਾ ਤਾਂ ਇਸ ਨੂੰ ਨਿਪਰੇ ਲਾ ਰਹੀ ਹੈ ਤੇ ਨਾ ਇਸ ਨੂੰ ਜਿਹੜਾ ਇਹਦਾ ਖਹਿੜਾ ਛੱਡ ਰਹੀ ਹੈ। ਕਿਤੇ ਨਾ ਕਿਤੇ ਸੈਂਟਰ ਸਰਕਾਰ ਦੇ ਆਪਣੇ ਇੰਟਰਸਟ ਇਹਦੇ 'ਚ ਹੈਗੇ ਨੇ, ਕਿਉਂਕਿ ਸੈਂਟਰ ਦੀ ਏਜੰਸੀ ਹੈ CBI 'ਚ ਕੋਈ ਦੋਰਾਵਾ ਨਹੀਂ, ਪਰ ਕੈਪਟਨ ਇਸ ਨੂੰ ਪੰਜਾਬ ਤੱਕ ਸੀਮਤ ਰੱਖਣਾ ਚਾਹੁੰਦਾ। ਪਰ ਹੁਣ ਜਿਹੜਾ ਆਮ ਆਵਾਮ ਦਾ ਰੋਸਾ ਹੈ, ਈਵਨ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਕਿ ਇਹਦੇ ਤੇ ਬਰਗਾੜੀ ਬਾਈਬਲ ਕਲਾਂ ਬੇਅਦਬੀ ਕਾਂਡ ਤੇ ਹੁਣ ਤੱਕ ਸਿਆਸਤ ਹੋਈ ਹੈ। ਉਹਨਾਂ ਨੇ ਅਕਾਲੀਆਂ ਦੇ ਪਾਰਟ ਨੂੰ ਵੀ, ਜਿਹੜਾ ਰਾਜ ਭਾਗ ਸੀ ਉਹਨੂੰ ਵੀ ਸਿਆਸਤ ਹੀ ਮੰਨ ਲਿਆ ਤੇ ਹੁਣ ਵਾਲਿਆਂ ਨੂੰ ਵੀ, ਕਿ ਹੁਣ ਸਿਆਸਤ ਨਾ ਹੋਵੇ। ਕੀ ਜਿਹੜੇ ਲੋਕ ਕਹਿ ਰਹੇ ਨੇ ਕਿ ਇਸ ਮਾਮਲੇ 'ਚ ਬਾਦਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਸਿੱਧਾ ਜ਼ਿੰਮੇਵਾਰ ਹੈ, ਉਹ ਲੋਕ ਸੈਟੀਸਫਾਈ ਹੋਣਗੇ? ਟਵਾਣਾ ਸਾਹਿਬ, ਮੈਂ ਦੋ ਕੋ ਗੱਲਾਂ ਪਤਾ ਗੱਲ ਕੀ ਹੈ, ਜੋ ਸੱਚੀ ਗੱਲ ਕਰੀਏ ਤਾਂ ਭਾਵਕ ਹੋਏ ਲੋਕ ਕਈ ਵਾਰ ਉਹਨੂੰ ਸੁਣਨਾ ਨਹੀਂ ਚਾਹੁੰਦੇ। ਇੱਕ ਗੱਲ ਬੜੀ ਸਪਸ਼ਟ ਆ ਕਿ ਬੇਅਦਬੀ ਸਰਸੇ ਵਾਲੇ ਦੇ ਚੇਲਿਆਂ ਨੇ ਕਰਵਾਈ। ਇਹ ਅਸੀਂ ਉਸ ਦਿਨ ਤੋਂ ਕਹਿੰਦੇ ਆ ਰਹੇ ਸੀ, ਅਸੀਂ ਅੱਜ ਵੀ ਕਹਿੰਦੇ ਆ। ਲੇਕਿਨ ਇਹ ਕਈ ਵਾਰੀ ਅਸੀਂ ਭਾਵੁਕ ਹੋ ਕੇ ਹਰ ਬੰਦੇ ਨੂੰ ਲਪੇਟਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਹਿਸਾਬ ਨਾਲ ਉਹ ਨਹੀਂ ਹੋਣਾ ਚਾਹੀਦਾ। ਹਾਂ, ਅਕਾਲੀ ਦਲ ਨੂੰ ਇਹ ਪਤਾ ਸੀ ਕਿ ਸਰਸੇ ਵਾਲੇ ਦੇ ਚੇਲਿਆਂ ਨੇ ਇਹ ਬੇਅਦਬੀ ਕੀਤੀ ਆ, ਪਰ ਉਹ 2017 ਨੂੰ ਮੁੱਖ ਰੱਖ ਕੇ ਬੈਠੇ ਸੀ ਕਿ ਅਸੀਂ 2017 'ਚ ਇਸ ਫਿਰ ਸਰਕਾਰ ਬਣਾਉਣੀ ਆ, ਇਸ ਕਰਕੇ ਉਹਨਾਂ ਨੇ ਦੋਸ਼ੀ ਨਹੀਂ ਫੜੇ। ਉਹ ਇਸ ਗੱਲ ਲਈ ਦੋਸ਼ੀ ਨੇ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਾਂ DGP ਸਮੇਤ ਸੈਣੀ ਦੀ ਵਰਕਿੰਗ ਇਹਦੇ ਹਾਂ, ਜੋ ਉਹਨਾਂ ਨੇ ਗੋਲੀ ਸਮੇਤ ਸੈਣੀ। ਦੂਸਰੀ ਗੱਲ ਜਿਹੜੀ ਇਸ ਕੇਸ ਨਾਲ ਨਹੀਂ ਮੈਂ ਜੋੜਦਾ, ਮੈਂ ਦੂਸਰੇ ਕੇਸ ਨਾਲ ਜੋੜਦਾ, ਜਿਹੜੀ ਪ੍ਰਮੋਦ ਕੁਮਾਰ, ਉਹਦੇ ਬਾਅਦ ਅਰਨਪਾਲ ਸਿੰਘ IG, ਕੁੰਵਰ ਵਿਜੇ ਪ੍ਰਤਾਪ, SP ਸਤਿੰਦਰ ਸਿੰਘ ਤੇ SP ਭੁਪਿੰਦਰ ਸਿੰਘ, ਜਿਹੜੀ ਉਹਨਾਂ ਪੰਜਾਂ ਦੇ ਉੱਤੇ ਸਿੱਟ ਬਣੀ ਹੋਈ ਆ, ਜਿਹੜੀ ਗੋਲੀकांड ਦੀ ਇਨਕੁਆਰੀ ਕਰ ਰਹੀ ਆ। ਉਹ ਜਿਹੜੀ ਆ ਉਹਦੇ ਵਿੱਚ ਜਿਹੜਾ ਮੰਗ ਕਰਨੀ ਚਾਹੀਦੀ, ਉਹਦੇ 'ਚ ਕਰਨੀ ਚਾਹੀਦੀ ਕਿ DGP ਦੇ ਹੁਕਮ ਨਾਲ ਗੋਲੀ ਚੱਲੀ। IG ਪਰਮਰਾਜ ਉਮਰਾ ਨੰਗਲ IG ਲੁਧਿਆਣਾ ਰੇਂਜ ਸੀ, ਉਹ ਉੱਥੇ ਕੀ ਲੈਣ ਗਿਆ? SSP ਚਰਨਜੀਤ ਸ਼ਰਮਾ ਜਿਹੜਾ ਉਹ SSP ਮੋਗਾ ਸੀ, ਉਹ ਉੱਥੇ ਕੈਪਟਨ ਸਾਹਿਬ ਦਾ ਸੁਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਦਾ ਇਸ ਮਾਮਲੇ 'ਚ ਇਹ ਸਪਸ਼ਟੀਕਰਨ ਦੇਣਾ ਕਿ ਬੇਅਦਬੀ 'ਚ ਬਾਦਲ ਪਰਿਵਾਰ ਸਿੱਧਾ ਜ਼ਿੰਮੇਵਾਰ ਨਹੀਂ ਹੈ। ਇਹਨੂੰ ਲੋਕ ਹੁਣ 75-25 ਦੇ ਨਾਲ ਜੋੜ ਲੈਂਦੇ ਨੇ। ਹਾਲਾਂਕਿ ਤਕਨੀਕੀ ਪੁਆਇੰਟ ਤੋਂ ਜੇ ਦੇਖਿਆ ਜਾਵੇ, ਸਰਕਾਰ ਜਾਂ CM ਦੀ ਕੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਜੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਘਟਦੀ ਹੈ? ਹਾਂ, ਬਿਲਕੁਲ ਬਿਲਕੁਲ ਟਵਾਣਾ ਸਾਹਿਬ, ਜ਼ਿੰਮੇਵਾਰੀ ਫਿਕਸ ਹੁੰਦੀ ਆ ਜੀ। ਇੱਕ SSP ਆਪਣੇ ਲੈਵਲ ਤੇ ਗੋਲੀ ਚਲਾਉਣ ਦਾ ਹੁਕਮ ਦਿੰਦਾ? ਕੀ SSP ਨੂੰ ਉੱਪਰੋਂ ਕਿਸੇ ਨੇ ਆਦੇਸ਼ ਦਿੱਤੇ ਆ? ਜੇ ਦਿੱਤੇ ਆ, ਕੌਣ ਆ? ਕੀ ਉਹ IG ਆ? ਹੁਣ ਇੱਕ IG ਦੇ ਉੱਤੇ ਸਿੱਧੇ ਇਲਜ਼ਾਮ ਲਾਉਂਦੇ ਕਿ ਉਸ ਆਉਂਦੇ ਆ ਕਿ ਉਸ IG ਨੂੰ DGP ਨੇ ਆਰਡਰ ਕੀਤੇ ਆ, ਤੇ DGP ਨੂੰ ਕਿਹਨੇ ਕੀਤੇ ਆ? ਹੋਮ ਮਿਨਿਸਟਰ ਨੇ ਕੀਤੇ, CM ਨੇ ਕੀਤੇ। ਆਉਂਦੇ ਤਾਂ ਤੁਸੀਂ ਸਾਰੇ ਹੋ, ਤੁਸੀਂ ਬਰੀ ਕਿੱਥੋਂ ਹੋ ਜਾਓਗੇ? ਮਤਲਬ ਪਬਲਿਕ ਜਿਹੜੀ ਮੰਗ ਕਰਦੀ ਉਹ ਮੰਗ ਜਾਇਜ਼ ਆ। ਲੇਕਿਨ ਮੈਂ ਕਹਿੰਦਾ ਕਿ ਦੇਖੋ, ਜਿਹਨੇ ਬੇਅਦਬੀ ਕੀਤੀ ਆ, ਜਿਹਨੇ ਕਰਵਾਈ ਆ, ਦੋਸ਼ੀ ਸਾਰੇ ਫੜੇ ਜਾਣੇ ਚਾਹੀਦੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਪਰ ਇੱਕ ਪੱਖ ਹੋਰ, ਸੌਰੀ ਤੁਹਾਡੀ ਗੱਲ ਕੱਟ ਰਿਹਾ, ਜੇ ਬੇਅਦਬੀ ਹੁੰਦੀ ਹੈ ਤਾਂ ਅਕਾਲੀ ਦਲ ਦੇ ਉਸੇ ਤਰ੍ਹਾਂ ਜਿਵੇਂ ਕਾਂਗਰਸ ਦੇ ਮੱਥੇ ਤੇ 84 ਦੇ ਕਤਲੇਆਮ ਦਾ ਕਲੰਕ ਹੈ, ਅਕਾਲੀ ਦਲ ਬਾਦਲ ਦੇ ਦਾਮਨ ਤੇ ਵੀ ਇਹ ਦਾਗ ਕਲੰਕ ਹੈ ਬੇਅਦਬੀ ਦਾ, ਬਾਈਬਲ ਕਲਾਂ ਗੋਲੀकांड ਦਾ। ਕੈਪਟਨ ਸਰਕਾਰ ਵੀ ਇਹਨੂੰ ਕੈਸ਼ ਕਰਦੀ ਹੈ। ਤੇ ਕੀ ਸਿਰਫ ਇਹ ਡੇਰਾ ਪ੍ਰੇਮੀਆਂ ਦੀ ਆਪਣੀ ਜਿੱਦ ਤੱਕ ਸੀਮਤ ਸੀ? ਵੈਸੇ 2015 ਤੱਕ ਦੀ ਜੇ ਦੇਖਿਆ ਜਾਵੇ, ਡੇਰਾ ਬਨਾਮ ਸਿੱਖ ਸਮਾਜ ਦਾ ਸੰਘਰਸ਼ ਉਹਨਾਂ ਤੇਜ਼ ਨਹੀਂ ਸੀ, ਉਹਨਾਂ ਨਫ਼ਰਤ ਭਰਿਆ ਨਹੀਂ ਸੀ, ਥੋੜਾ ਨਫ਼ਰਤ ਦੋਨਾਂ ਧਿਰਾਂ 'ਚ ਘਟੀ ਸੀਗੀ। ਇਸ ਦੌਰਾਨ ਜਿਹੜਾ ਹੁਣ ਜੇ ਦੇਖਿਆ ਜਾਵੇ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ, ਜੇ ਮੈਂ ਗਲਤ ਨਹੀਂ, ਅਕਤੂਬਰ 2018 'ਚ ਬਰਗਾੜੀ ਦਾ ਨਾਮ ਬਦਲ ਕੇ ਬਰਗਾੜੀ ਸਾਹਿਬ ਰੱਖਣ ਦੀ ਗੱਲ ਆਖੀ ਕਿ ਇੱਥੇ ਸਿੰਘ ਸ਼ਹੀਦ ਹੋਏ ਨੇ, ਕਿ ਇਹਦਾ ਨਾਮ ਬਰਗਾੜੀ ਸਾਹਿਬ ਰੱਖ ਦਿਓ ਤਾਂ ਜੋ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਕੈਸ਼ ਕੀਤਾ ਜਾ ਸਕੇ। ਕੀ ਇਸ ਤਰ੍ਹਾਂ ਦੇ ਕਤਲੇਆਮ ਕੋਈ ਵੀ ਸਰਕਾਰ ਜਾਂ ਸਿਆਸੀ ਧਿਰ ਕਰਦੀ ਹੈ ਤੇ ਫਿਰ ਉਸ ਜਗ੍ਹਾ ਦਾ ਨਾਮ ਪਵਿੱਤਰ ਨਾ ਰੱਖ ਦਿਓ, ਬਰਗਾੜੀ ਸਾਹਿਬ ਬਣਾ ਦਿਓ? ਕੀ ਇਹ ਚੀਜ਼ਾਂ ਜਾਇਜ਼ ਨੇ? ਇੱਦਾਂ ਤਾਂ ਜੇ ਦੇਖਿਆ ਜਾਵੇ, ਪਟਿਆਲਾ ਦਾ ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈ, ਜਿੱਥੇ ਸੈਂਕੜੇ ਨਿਹੰਗਾਂ ਦਾ ਕਤਲ ਹੋਇਆ ਸੀ 12 ਜਾਂ ਪਟਿਆਲਾ ਦੀਆਂ ਫੌਜਾਂ ਤੇ ਬ੍ਰਿਟਿਸ਼ ਫੌਜਾਂ ਦੁਆਰਾ। ਉਸ ਗੁਰੂ ਘਰ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਂ ਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਬਣਾ ਦਿੱਤਾ, ਤਾਂ ਜੋ ਇਹ ਜਿਹੜਾ ਜ਼ਖਮ ਮੱਲੇ ਨੇ ਇਹ ਸਟੇਟ ਦੇ ਪ੍ਰਤੀ ਰੋਸਾ ਨਾ ਜ਼ਾਹਰ ਕਰਨ,
ਬਰਗਾੜੀ ਸਾਹਿਬ ਬਣਾ ਦੇਣਾ, ਕਿਤੇ ਨਾ ਕਿਤੇ ਕਾਂਗਰਸ ਇਸ ਨੂੰ ਅਕਾਲੀ ਦਲ ਦੇ ਖਿਲਾਫ ਕੈਸ਼ ਨਹੀਂ ਕਰ ਰਹੀ। ਬਿਲਕੁਲ ਟਵਾਣਾ ਸਾਹਿਬ, ਮੈਂ ਉੱਥੇ ਆਉਣ ਲੱਗਾ। ਦੇਖੋ ਕੀ ਸੀ, ਮੈਂ ਪਹਿਲਾਂ ਕਿਹਾ 1984 ਨਵੰਬਰ ਤੇ 1984 ਜੂਨ ਨੂੰ ਅਕਾਲੀ ਦਲ ਜਿਹੜਾ ਉਹ ਕਾਂਗਰਸ ਦੇ ਵਿਰੁੱਧ ਹਰ ਇਲੈਕਸ਼ਨ 'ਚ ਵਰਤਦਾ ਰਿਹਾ ਤੇ ਪਿਛਲੀਆਂ 2 ਇਲੈਕਸ਼ਨਾਂ 17 ਤੇ 19 ਦੇ ਵਿੱਚ ਕਾਂਗਰਸ ਨੇ ਬਹਿਬਲ ਕਲਾਂ ਤੇ ਬਰਗਾੜੀ ਤੇ ਬੁਰਜਵਾਰ ਸਿੰਘ ਵਾਲਾ ਤੇ ਵਿੱਚੇ ਕੋਟਕਪੂਰਾ ਇਹ ਜਿਹੜੇ ਇਨਸੀਡੈਂਟ ਸੀ ਇਹਨੂੰ ਅਕਾਲੀ ਦਲ ਦੇ ਵਿਰੁੱਧ ਵਰਤਿਆ ਤੇ ਹੁਣ ਉਹ ਜਿਹੜਾ ਕੁਝ ਇਹ ਹੁਣ ਵਾਪਰਿਆ, ਜਿਹੜੀ ਇਨਵੈਸਟੀਗੇਸ਼ਨ ਤੇਜ਼ ਹੋਈ ਆ, ਇਹ ਜਿਹੜੀ ਆ ਇਹ 2022 ਦੀ ਤਿਆਰੀ ਆ ਜੀ। ਜੇ ਅਸੀਂ ਕਹਿ ਦਈਏ, ਕਿਉਂਕਿ ਦੇਖੋ ਟਵਾਣਾ ਸਾਹਿਬ ਉਹ ਪੋਲੀਟੀਸ਼ੀਅਨ ਨੇ ਕਰਨੀ ਰਾਜਨੀਤੀ ਆ। ਮਤਲਬ ਹੁਣ 22 ਤੱਕ ਚਾਰਜ ਸ਼ੀਟ ਹੈ, ਕਿਉਂਕਿ ਚਾਰਜ ਸ਼ੀਟ ਬਹੁਤ ਜ਼ਿਆਦਾ ਵੱਡੀ ਹੈ, ਜਿਹੜੇ ਮੁਲਜ਼ਮ ਨੇ ਉਹ ਵੀ ਕਾਫੀ ਨੇ, ਮਤਲਬ 22-23 ਤੋਂ ਲੱਗਦਾ ਅੱਗੇ ਤੇ ਜਾਏਗਾ ਕਾਨੂੰਨੀ ਪ੍ਰੋਸੈਸ ਮੇਰੇ ਖਿਆਲ। ਨਹੀਂ, ਕਾਨੂੰਨੀ ਪ੍ਰੋਸੈਸ ਤਾਂ ਬਹੁਤ ਲੰਬਾ ਜਾਏਗਾ, ਲੇਕਿਨ ਇਹ ਆ ਕਿ ਹੁਣ ਜਿੱਦਾਂ ਸਿਰਸੇ ਵਾਲਾ ਜੇਕਰ ਉਹਨੂੰ ਪ੍ਰੋਡਕਸ਼ਨ ਵਾਰੰਟ ਦੀ ਇਜਾਜ਼ਤ ਮਿਲ ਗਈ, ਮੈਨੂੰ ਲੱਗਦਾ ਕਿ ਜਦੋਂ ਡਿਸਟ੍ਰਿਕਟ ਕੋਰਟ ਤੋਂ ਉਹ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰਨਗੇ, ਉਹ ਦੇਣਗੇ ਤੇ ਏਡੀ ਜਲਦੀ ਹਰਿਆਣਾ ਨਹੀਂ ਦੇਵੇਗਾ। ਉਹਦੇ ਬਾਅਦ ਪੰਜਾਬ ਸਰਕਾਰ ਨੂੰ ਹਾਈ ਕੋਰਟ ਜਾਣਾ ਪਏਗਾ। ਜਦੋਂ ਹਾਈ ਕੋਰਟ ਆਰਡਰ ਕਰੇਗਾ ਉਹਦੇ ਬਾਅਦ ਜਾ ਕੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ, ਕਿਉਂਕਿ ਉੱਥੇ ਬੀਜੇਪੀ ਬੈਠੀ ਆ ਤੇ ਬੀਜੇਪੀ ਹਰਿਆਣੇ ਦੇ ਵਿੱਚ ਵੀ ਆ ਤੇ ਬੀਜੇਪੀ ਕੇਂਦਰ ਦੇ ਵਿੱਚ ਵੀ ਆ, ਐਡਾ ਸੌਖਾ ਨਹੀਂ ਦੇਣ ਲੱਗੇ। ਮਤਲਬ 22 ਨਿਕਲ ਜਾਣਾ, ਕਪਤਾਨ ਸਾਹਿਬ ਦੀ ਜ਼ਿੰਮੇਵਾਰੀ 22 ਜਿਹੜਾ ਉਹ ਨਿਕਲੇਗਾ। ਪਰ ਇਸ ਦੌਰਾਨ ਇਸ 2022 ਨੂੰ ਲੈ ਕੇ ਜਦੋਂ ਇਲੈਕਸ਼ਨ ਆਉਂਦੀ ਹੈ, ਬਹੁਤ ਸਾਰੇ ਮੁੱਦੇ ਕੈਸ਼ ਕੀਤੇ ਜਾਂਦੇ ਨੇ, ਖੜੇ ਕੀਤੇ ਜਾਂਦੇ ਨੇ। ਖਾਲਿਸਤਾਨ ਦਾ ਮੁੱਦਾ, ਖਾਲਿਸਤਾਨੀ ਧਿਰਾਂ ਨੂੰ ਤੇ ਚਲੋ ਲੜਾਈ ਉਹਨਾਂ ਦੇ ਵਿਚਾਰਧਾਰਾ ਉਹਨਾਂ ਨੇ ਲੜਨੀ ਹੈ, ਪਰ ਇਹ ਜਿਹੜੀਆਂ ਉਹਨਾਂ ਦੇ ਆਪੋਜੀਸ਼ਨ ਪਾਰਟੀਆਂ ਨੇ, ਆਪੋਜੀਟ ਪਾਰਟੀਆਂ ਨੇ ਖਾਲਿਸਤਾਨ ਦੀ ਮੂਵਮੈਂਟ ਦੇ, ਉਹਨਾਂ ਨੂੰ ਬੜਾ ਕੈਸ਼ ਹੋ ਰਿਹਾ। ਹੁਣ 2020 ਜਿਹੜਾ ਚੱਲਿਆ ਉਹਨੂੰ ਲੈ ਕੇ ਅੱਜ ਵੀ ਜਿਸ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ ਹੋਰੀ ਪਿੰਡ ਸੇਰਾ ਗਏ ਨੇ, ਜਿੱਥੇ ਸੁਖਚੈਨ ਸਿੰਘ ਹੋਰਾਂ ਨੂੰ ਇਸ UPA ਕਾਨੂੰਨ ਦੇ ਅਧੀਨ ਜਿਹੜਾ ਹੈਗਾ ਅਨਲਾਫੁਲ ਪ੍ਰੀਵੈਂਸ਼ਨ ਐਕਟੀਵਿਟੀਜ਼ ਕਾਨੂੰਨ ਜਿਹੜਾ ਹੈਗਾ, ਟਾਡਾ ਤੇ ਨਾਸਾ ਜਿਹੜੀ ਅਸੀਂ ਝੱਲੀ ਹੈ, ਉਹਦਾ ਹੀ ਜਿਹੜਾ ਰੂਪ ਹੈ ਉਹਦੇ ਅਧੀਨ ਗ੍ਰਿਫਤਾਰ ਕੀਤਾ ਹੋਇਆ। ਉਸ ਦੇ ਪਰਿਵਾਰ ਨੂੰ ਮਿਲਣ ਵਾਸਤੇ ਡਾਕਟਰ ਗਾਂਧੀ ਤੇ ਸੁਖਪਾਲ ਖਹਿਰਾ ਉੱਥੇ ਪਿੰਡ ਸੇਰਾ ਪੁੱਜੇ ਨੇ। 2020 ਨੂੰ ਲੈ ਕੇ ਪੰਜਾਬ ਦੀ ਸਰਜ਼ਮੀਨ ਤੇ ਕੀ ਕੁਝ ਹੋ ਰਿਹਾ ਤੁਹਾਡੇ ਮੁਤਾਬਕ? ਟਵਾਣਾ ਸਾਹਿਬ, ਮੇਰੇ ਹਿਸਾਬ ਨਾਲ ਬਹੁਤਾ ਕੁਝ ਨਹੀਂ ਹੋ ਰਿਹਾ। ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਸੁਪਰੀਮ ਕੋਰਟ ਕਹਿੰਦੀ ਆ ਕਿ ਬੋਲਣ ਦੀ ਆਜ਼ਾਦੀ ਆ, ਤੇ ਫਿਰ ਬੋਲਣ ਨਾਲ ਖਾਲਿਸਤਾਨ ਤਾਂ ਨਹੀਂ ਬਣ ਜਾਣਾ, ਤੇ ਫਿਰ ਇਹ ਐਕਟ ਲਿਆਉਣ ਦੀ ਕਿੱਡੀ ਕੁ ਜ਼ਰੂਰਤ ਆ। ਇਹ ਉਹੀ ਕੁਛ ਆ ਜਿਹਦੇ ਨਾਲ ਕਿਸੇ ਟਾਈਮ ਨਕਸਲਾਈਟ ਮੂਵਮੈਂਟ ਦੱਬੀ ਗਈ ਸੀ, ਜਿਹਦੇ ਨਾਲ ਖਾੜਕੂ ਮੂਵਮੈਂਟ ਦੱਬੀ ਗਈ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਾਬੰਦੀ ਲਾਈ ਸੀ, ਉਸ ਵੇਲੇ ਟਾਡਾ ਲਿਆਂਦਾ ਸੀ, ਫਿਰ ਕੋਟਾ ਲਿਆਂਦਾ ਸੀ, ਬੜਾ ਕੁਛ ਲਿਆਂਦਾ, ਉਹੀ ਕੁਛ ਆ। ਹਾਂ, ਉਦੋਂ ਦਾ ਤਾਂ ਅੱਜ ਦਾ ਇੰਨਾ ਕੋ ਫਰਕ ਪਿਆ ਕਿ ਉਸ ਵੇਲੇ ਕਿਸੇ ਪੂਰੀ ਜਥੇਬੰਦੀ ਨੂੰ ਜਿਹੜਾ ਸੀ ਉਹ ਦਹਿਸ਼ਤਗਰਦ ਐਲਾਨਿਆ ਜਾਂਦਾ ਸੀ, ਅੱਜ ਕਿਸੇ ਸਿੰਗਲ ਵਿਅਕਤੀ ਜਿਹੜਾ ਉਹਨੂੰ ਵੀ ਦਹਿਸ਼ਤਗਰਦ ਜਿਹੜਾ ਨਾ UPA ਗਵਰਨਮੈਂਟ ਜਿਹੜੀ ਮੌਜੂਦਾ NDA ਗਵਰਨਮੈਂਟ ਨੇ ਸਟੇਟਾਂ 'ਚ ਵੀ ਤੇ ਦੂਜੇ ਰਾਜਾਂ 'ਚ ਵੀ, ਪੰਜਾਬ 'ਚ ਵੀ, ਇਹ ਨਹੀਂ ਕਿ ਸਿਰਫ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਹੀ ਦੇਸ਼ ਵਿਰੋਧੀ ਐਲਾਨਿਆ ਜਾਂਦਾ, ਦਹਿਸ਼ਤਗਰਦ ਐਲਾਨਿਆ ਜਾਂਦਾ। ਬਿਹਾਰ ਦੇ ਵਿੱਚ ਸੈਂਕੜੇ ਬੰਦੇ ਨੇ ਜਿਨ੍ਹਾਂ ਨੂੰ ਦੇਸ਼ ਦਾ ਗਦਾਰ ਐਲਾਨਿਆ ਹੋਇਆ। ਹਾਲਾਂਕਿ ਮਾਧੁਰੀ ਗੁਪਤਾ ਵਰਗੀਆਂ IFS ਅਧਿਕਾਰੀ ਨੇ ਜਿਹੜੀਆਂ ਫੋਰਨ ਸਰਵਿਸ ਦੀਆਂ, ਜਿਹੜੀਆਂ ਆਪਣੇ ਪਾਕਿਸਤਾਨੀ ਯਾਰਾਂ ਨੂੰ ਭਾਰਤ ਦੀਆਂ ਸੂਚਨਾਵਾਂ ਲੀਕ ਕਰਦੀਆਂ ਰਹੀਆਂ ਨੇ। ਮਾਧੁਰੀ ਗੁਪਤਾ ਨੂੰ 3 ਸਾਲ ਦੀ ਸਜ਼ਾ ਹੋਈ ਸੀ, ਦਿੱਲੀ ਹਾਈ ਕੋਰਟ ਨੇ ਕੀਤੀ ਸੀ, ਪਰ ਉਹਨੂੰ ਕੋਈ ਦੇਸ਼ ਦੀ ਗਦਾਰ ਨਹੀਂ ਕਹਿੰਦਾ। ਗਦਾਰ ਘੱਟ ਗਿਣਤੀਆਂ ਵਾਲੇ ਬਣਦੇ ਨੇ। 2016 ਤੋਂ ਲੈ ਕੇ 2018 ਤੱਕ ਸੁਰਿੰਦਰ ਸਿੰਘ ਜੀ, ਇਹ ਜਿਹੜਾ ਐਕਟ ਹੈ ਜਾਂ ਦੇਸ਼ ਦੀ ਗਦਾਰੀ ਕਰਨ ਦੀ ਬਣਾ ਤੇ 332 ਲੋਕਾਂ ਤੇ ਮੁਕੱਦਮੇ ਹੋਏ ਨੇ, ਜਾਣੀ ਕਿ 332 ਵਿਅਕਤੀਆਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਦਾ ਜ਼ਿੰਮੇਵਾਰ ਠਹਿਰਾਇਆ ਗਿਆ, ਪਰ ਉਹਨਾਂ 'ਚੋਂ ਸਿਰਫ 7 ਨੂੰ ਸਜ਼ਾ ਹੋਈ। ਜਿਹੜਾ ਹਾਲੀਆ ਕਰੋਨਾ ਦਾ ਮਹਾਮਾਰੀ ਦਾ ਕਾਨੂੰਨ ਜਿਹੜਾ ਬਣਾਇਆ ਹੋਇਆ, ਉਹਦੇ ਅਧੀਨ 55 ਪੱਤਰਕਾਰਾਂ ਨੂੰ ਹੈ ਜਿਹੜਾ ਇਹਨਾਂ ਕੇਸਾਂ 'ਚ ਫਸਾਇਆ ਗਿਆ। ਪਰ ਇਹ ਜਿਹੜੇ ਇਸ ਤਰ੍ਹਾਂ ਦੇ ਦਹਿਸ਼ਤਗਰਦ ਐਲਾਨਣਾ, ਕੀ ਇਹ ਸਰਕਾਰਾਂ ਨੂੰ ਇਹਦਾ ਬੈਨੀਫਿਟ ਕੀ ਮਿਲਦਾ? ਕੀ ਉਹਦੇ ਨਾਲ ਐਕਟੀਵਿਟੀ ਰੁਕ ਜਾਂਦੀਆਂ ਨੇ, ਜਾਂ ਇਹ ਜਿਹੜਾ ਮੂਵਮੈਂਟ ਹੈ ਖਾਲਿਸਤਾਨ ਦੀ, ਜਿਹੜੀ ਮੂਵਮੈਂਟ ਹੈ 2020 ਦੀ, ਇਹਨੂੰ ਲੈ ਕੇ ਸਰਕਾਰਾਂ ਦਾ ਜਿਹੜੇ ਇਹਦੀ ਆਪੋਜੀਸ਼ਨ ਵੋਟ ਹੈ, ਖਾਲਿਸਤਾਨ ਦੀ ਵਿਰੋਧੀ ਵੋਟ ਹੈ, ਉਸ ਨੂੰ ਕੈਸ਼ ਕਰਨ ਦੀ ਇੱਕ ਕਵਾਇਦ ਹੈ? ਤੇ ਸਿਮਰਨਜੀਤ ਸਿੰਘ ਮਾਨ ਇਸ 2020 ਤੇ ਕੀ ਬੋਲਦੇ ਨੇ, ਉਹ ਵੀ ਨਾਲ ਸਾਂਝਾ ਕਰਿਓ। ਟਵਾਣਾ ਸਾਹਿਬ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦੇਖੋ, ਜਦੋਂ ਅਸੀਂ ਖਾਲਿਸਤਾਨ ਦਾ ਮੁੱਦਾ ਚੱਕਾਂਗੇ, ਜਦੋਂ ਅਸੀਂ ਵਾਇਲੈਂਸ ਤੇ ਉਤਰਨ ਦੀ ਗੱਲ ਕਰਾਂਗੇ, ਤੇ ਜਿਹੜੇ ਵਿਰੋਧੀ ਆ ਉਹ ਇੱਕ ਜਗ੍ਹਾ ਤੇ ਇਕੱਠੇ ਹੋ ਜਾਣਗੇ, ਤੇ ਜਿਹੜਾ ਵੀ ਉਹਨਾਂ ਦੀ ਸਪੋਰਟ 'ਚ ਖੜੇਗਾ ਉਹਨੂੰ ਇਹਦਾ ਬੈਨੀਫਿਟ ਮਿਲੇਗਾ, ਜਿਹੜਾ ਕਿ ਪਿਛਲੇ ਸਮਿਆਂ ਦੇ ਵਿੱਚ ਮਿਲਦਾ ਰਿਹਾ। ਜੋ 1984 ਨਵੰਬਰ 'ਚ ਅਸੀਂ ਕੀ ਦੇਖਿਆ ਕਿ ਪੂਰੇ ਭਾਰਤ ਦੇ ਵਿੱਚ ਕਾਂਗਰਸ ਹੋ ਗਈ ਸੀ, ਬਾਕੀ ਸਾਰਾ ਕੁਝ ਹੀ ਸਾਫ਼ ਹੋ ਗਿਆ ਸੀਗਾ। ਉਹ ਵੱਖਰੀ ਗੱਲ ਸੀ ਕਿ ਉਸ ਵੇਲੇ ਜੋ ਕੁਝ ਕੀਤਾ ਗਿਆ
ਉਹ ਠੀਕ ਵੀ ਸੀਗਾ, ਅਸੀਂ ਉਹ ਗਲਤ ਨਹੀਂ ਉਹਨੂੰ ਠਹਿਰਾ ਸਕਦੇ ਕਿਉਂਕਿ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਸੀ। ਜੇ ਅੱਜ ਕੋਈ ਉੱਠ ਕੇ ਸਿੱਖ ਇਹ ਕਹਿ ਦੇਵੇ ਕਿ ਇੰਦਰਾ ਗਾਂਧੀ ਦਾ ਜਿਹੜਾ ਕਤਲ ਹੋਇਆ ਸੀ ਉਹ ਗਲਤ ਸੀਗਾ, ਤੇ ਮੈਂ ਕਹਿੰਦਾ ਉਹਦੇ 'ਚ ਵੀ ਕੋਈ ਸਿਆਣਪ ਨਹੀਂ ਹੈ। ਠੀਕ ਆ, ਜਿਹੜਾ ਕੁਝ ਹੋਇਆ ਉਹ ਹੋਣਾ ਸੀਗਾ, ਸੁਭਾਵਿਕ ਸੀ, ਕਿਉਂਕਿ ਇੱਥੇ ਤਾਂ ਮੱਸਾ ਰੰਗੜ ਆਇਆ ਸੀਗਾ, ਉਹਨੂੰ ਨਹੀਂ ਬਖਸ਼ਿਆ ਗਿਆ ਸੀ। ਇੱਥੇ ਤਾਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ, ਉਹਨੂੰ ਨਹੀਂ ਸੀ ਬਖਸ਼ਿਆ ਗਿਆ। ਤੇ ਇਸੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ, ਇਹਦੇ 'ਚ ਮਹਿੰਦਰਪਾਲ ਬਿੱਟੂ ਨਾਲ ਕੀ ਹੋਇਆ, ਤੇ ਇਹ ਤੋਂ ਪਹਿਲਾਂ ਗੁਰਦੇਵ ਪ੍ਰੇਮੀ ਨਾਲ ਕੀ ਹੋਇਆ, ਤਾਂ ਦਿੱਲੀ ਕਤਲੇਆਮ ਦੇ ਵਿੱਚ ਜਿਹੜਾ ਸੀਗਾ ਉੱਥੇ ਲਲਿਤ ਮਾਕਨ ਤੇ ਅਰਜਨ ਦਾਸ ਨਾਲ ਕੀ ਹੋਇਆ, ਤੇ ਜਰਨਲ ਵੈਦਿਆ ਨਾਲ ਕੀ ਹੋਇਆ, ਉਹ ਸਾਰੀਆਂ ਉਦਾਹਰਨਾਂ ਆਪਣੇ ਸਾਹਮਣੇ ਨੇ। ਜ਼ਮੀਨੀ ਹਕੀਕਤਾਂ ਕੀ ਨੇ ਸੁਰਿੰਦਰ ਸਿੰਘ ਜੀ? ਪੰਜਾਬ ਗਵਰਨਮੈਂਟ ਵੈਸੇ ਬਹੁਤ ਸੌਫਟ ਹੈ, ਪਰ ਫਿਰ ਵੀ ਅੱਧੀ ਦਰਜਨ ਦੇ ਕਰੀਬ ਲੋਕ ਅਰੈਸਟ ਹੋਏ ਨੇ ਇਸ 2020 ਚ। ਟਵਾਣਾ ਸਾਹਿਬ, ਮੈਂ ਉਸੇ ਤੇ ਹੁਣ ਆਉਣ ਲੱਗਾ ਸੀ। ਦੇਖੋ ਹਾਲਾਤ ਕੀ ਆ ਕਿ ਪਹਿਲਾਂ ਜਦੋਂ ਇਹ 2020 ਦੀ ਅਜੇ ਸ਼ੁਰੂਆਤ ਸੀ 2020 ਦੇ ਵਿੱਚ, ਉਸ ਵੇਲੇ ਕੀ ਹੋਇਆ, ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ ਤੇ ਕੀਤਾ ਸੀ, ਤਕਰੀਬਨ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਪਿਛਲਾ ਦੌਰ ਨਹੀਂ ਹੰਡਾਇਆ, ਉਹਨਾਂ ਨੂੰ ਪਤਾ ਕੁਛ ਨਹੀਂ, ਉਹ ਟ੍ਰੈਪ 'ਚ ਆ ਗਏ, ਉਹ ਇਸ ਮੂਵਮੈਂਟ ਨਾਲ ਜੁੜ ਗਏ। ਜੇ ਜੁੜ ਗਏ ਤਕਰੀਬਨ 6700 ਟੋਟਲ ਪੰਜਾਬ ਦੇ ਵਿੱਚ ਸੀ, ਜਿਹੜਾ ਮੋਟਾ ਜਿਹਾ ਅੰਕੜਾ ਸੀਗਾ, ਜਿਹੜਾ ਟਰੇਸ ਕੀਤਾ ਏਜੰਸੀਆਂ ਨੇ, ਉਹਨਾਂ ਨੂੰ ਅਰੈਸਟ ਵੀ ਕੀਤਾ, ਪਰ ਉਹਨਾਂ ਦੀ ਅਰੈਸਟ ਨਹੀਂ ਪਾਈ। ਇੱਕ ਹੋ ਗਿਆ ਕਿ ਸਰਕਾਰ ਨੇ ਕਿਹਾ ਵਾਰਨਿੰਗ ਦੇ ਕੇ ਛੱਡਿਆ, ਪਰ ਉਹਦਾ ਨੁਕਸਾਨ ਕੀ ਹੋਇਆ? ਤੁਹਾਡਾ ਰੈਫਰੈਂਡਮ 2020 ਤੇ ਕਾਮਯਾਬ ਹੋਣਾ ਕਿ ਨਹੀਂ ਹੋਣਾ ਉਹ ਬਾਅਦ ਦੀਆਂ ਗੱਲਾਂ, ਲੇਕਿਨ ਉਹਦਾ ਨੁਕਸਾਨ ਹੋਇਆ ਕਿ 6700 ਚੋਂ ਤਕਰੀਬਨ 4300 ਬੱਚਾ ਉਹ ਸੀ ਜਿਨ੍ਹਾਂ ਦੇ ਮਾਂ-ਬਾਪ ਨੇ ਕਿਹਾ ਪੁੱਤ ਅਸੀਂ ਤੈਨੂੰ ਪੜਾਉਣਾ, ਅਸੀਂ ਤੈਨੂੰ ਕਿਸੇ ਟਿਕਾਣੇ ਲਾਉਣਾ, ਤੂੰ ਕਿਹੜੇ ਰਾਹ ਪੈ ਗਿਆ? ਉਹਨਾਂ ਨੇ ਕੇਸ ਕਤਲ ਕਰਾ ਤੇ ਉਹਦਾ ਦੋਸ਼ੀ ਕੌਣ? ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੈਂ ਅੱਜ ਵੀ ਸ਼ਾਇਦ ਇਹਦੇ ਕਈਆਂ ਨੂੰ ਬਹੁਤ ਜ਼ਿਆਦਾ ਦੁੱਖ ਲੱਗੇਗਾ ਕਿ ਇਹ ਗੱਲ ਕਿਉਂ ਕਹੀ ਗਈ ਆ। ਉਹ ਜਿਹੜੇ ਬੱਚੇ ਕੇਸ ਕਟਵਾ ਗਏ, ਉਹ ਜਿਹੜੇ ਰੋਮਾਂ ਦੀ ਬੇਅਦਬੀ ਕਰ ਗਏ, ਉਹਦਾ ਦੋਸ਼ੀ ਕੌਣ ਆ? ਕਿਤੇ ਨਾ ਕਿਤੇ ਅਸੀਂ ਕਿਤੇ ਨਾ ਕਿਤੇ ਗਲਤ ਟਰੈਕ ਤੇ। ਦੂਸਰੀ ਗੱਲ, ਠੀਕ ਆ ਭਾਰਤ ਸਰਕਾਰ ਆ, ਉਹ ਧੱਕਾ ਕਰੇਗੀ। ਜਿਹੜੇ ਦੇਸ਼ਾਂ 'ਚ ਤੁਸੀਂ ਬੈਠੇ ਹੋ ਉੱਥੇ ਹਾਲਾਤ ਕੁਛ ਨੇ, ਇੱਥੇ ਹੋਰ ਆ। ਪਰ ਹੁਣ ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਗੁਰਪਤਵੰਤ ਸਿੰਘ ਪੰਨੂ ਰੈਫਰੈਂਡਮ 2020 ਦਾ, ਠੀਕ ਆ ਤੁਸੀਂ ਵਕੀਲ ਹੋ, ਬੜੀ ਵੱਡੀ ਗੱਲ ਆ ਕਿ ਤੁਸੀਂ ਵਕੀਲ ਹੋ, ਪਰ ਤੁਹਾਡੀ ਭਾਸ਼ਾ ਜਿਹੜੀ ਉਹ ਸੱਭਿਅਕ ਆ। ਅਸੀਂ 15 ਅਗਸਤ ਨੂੰ ਅਸੀਂ ਦਿੱਲੀ ਦੇ ਲਾਲ ਕਿਲੇ ਦੇ ਕੇਸਰੀ ਨਿਸ਼ਾਨ ਸਾਹਿਬ ਚਲਾ ਦਾਂਗੇ। ਭਾਈ ਉਹ ਤਾਂ ਜੱਸਾ ਸਿੰਘ ਆਲੂਵਾਲੀਆ ਚੜਾ ਗਿਆ ਸੀ, ਤੇਰੇ ਤੋਂ ਕਿਤੇ ਚੜਨਾ, ਜੇ ਏਡੀ ਹਿੰਮਤ ਆ ਤੇ ਆ ਕੇ ਵੜ ਜਾਂਦਾ। ਤੇਰੇ ਤੋਂ ਪਹਿਲਾਂ ਜਗਜੀਤ ਸਿੰਘ ਚੌਹਾਨ ਨੇ ਕੀ ਕੀਤਾ, ਗੰਗਾ ਸਿੰਘ ਢਿੱਲੋਂ ਨੇ ਕੀ ਕੀਤਾ? ਜਗਜੀਤ ਸਿੰਘ ਚੌਹਾਨ ਨੇ ਤਾਂ ਉਸ ਵੇਲੇ ਆਪਣੇ ਆਪ ਨੂੰ ਰਾਸ਼ਟਰਪਤੀ ਖਾਲਿਸਤਾਨ ਦਾ ਐਲਾਨਤਾ ਸੀ, ਖਾਲਿਸਤਾਨ ਦੀ ਕਰੰਸੀ ਚਲਾਤੀ ਸੀ। ਜਦੋਂ ਸਾਰੀ ਜਿਹੜੇ ਲੋਕਾਂ ਨੇ ਸੁਰਿੰਦਰ ਸਿੰਘ ਜੀ ਇਸ ਤਰਾਸਦੀ ਨੂੰ ਭੁਗਤਿਆ, ਇਸ ਦਾ ਦਰਦ ਅੱਜ ਵੀ ਹੰਢਾ ਰਹੇ ਨੇ, ਉਹ ਸ਼ਾਇਦ ਸਮਝਦੇ ਨੇ ਕਿ ਇਹਦੇ ਨਤੀਜੇ ਕੀ ਨੇ। ਉਹ ਕੀ ਜਾਣੇ ਪੀੜ ਪਰਾਈ ਜਿਸ ਦੇ ਪੈਰ ਨਾ ਫੁੱਟੀ ਵਿਆਈ, ਉਹ ਲੋਕ ਸ਼ਾਇਦ ਨਹੀਂ ਸਮਝਦੇ। ਆਪਾਂ ਇੱਕ ਵਕਫਾ ਲੈਣੇ ਸੁਰਿੰਦਰ ਸਿੰਘ ਜੀ, ਵਕਫੇ ਤੋਂ ਬਾਅਦ ਇਹਨਾਂ ਮਸਲਿਆਂ ਤੇ ਚਰਚਾ ਕਰਾਂਗੇ, ਇੱਕ ਬ੍ਰੇਕ ਤੋਂ ਬਾਅਦ। ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਯੋਗ ਦਰਸ਼ਕਾਂ ਦਾ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਤੇ ਨਾਲ ਸਵਾਗਤ ਕਰਦੇ ਹਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕੀਲ ਸਾਹਿਬ ਸੁਰਿੰਦਰ ਸਿੰਘ ਜੀ, ਤੁਹਾਡਾ ਵੀ ਸਵਾਗਤ। ਸਤਿ ਸ਼੍ਰੀ ਅਕਾਲ। ਗੱਲਬਾਤ ਆਪਣੀ ਚੱਲ ਰਹੀ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ 2020 ਦੇ ਮਸਲੇ ਤੇ ਪੰਜਾਬ ਤੇ ਭਾਰਤ ਦੇ ਵਿੱਚ ਕੀ ਸਿਆਸੀ ਤੇ ਸਮਾਜਿਕ ਹਾਲਾਤ ਨੇ। ਇਸ ਦੌਰਾਨ ਜਿਹੜੀਆਂ ਦੂਸਰੀਆਂ ਧਿਰਾਂ ਖਾਲਿਸਤਾਨ ਦੀ ਜੱਦੋ-ਜਹਿਦ ਲਈ ਲੜਦੀਆਂ ਰਹੀਆਂ, ਭਾਵੇਂ ਉਹ ਇੰਦਰਪਾਲ ਸਿੰਘ ਖਾਲਿਸਤਾਨੀ ਹੋਵੇ, ਕਾਨੂੰਨਨ ਤਰੀਕੇ ਨਾਲ ਪੰਜਾਬ 'ਚ ਰਹਿ ਕੇ ਖਾਲਿਸਤਾਨ ਦੀ ਗੱਲ ਕਰ ਰਿਹਾ, ਤੇ ਦੂਜੇ ਬੰਨੇ ਸਿਮਰਜੀਤ ਸਿੰਘ ਮਾਨ ਹੋ ਰਹੀ, ਭਾਵੇਂ ਉਹਨਾਂ ਤੇ 65-70 ਦੇ ਕਰੀਬ ਦੇਸ਼ ਧਰੋਹ ਦੇ ਕੇਸ ਵਾਰ-ਵਾਰ ਦਰਜ ਹੋਏ, ਪਰ ਉਹਨਾਂ ਸਾਰਿਆਂ 'ਚੋਂ ਬਰੀ ਹੋਈ ਜਾਂਦੇ ਨੇ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ 'ਚ ਬਾਹਲਾ ਇਨਵੋਲਵ ਨਹੀਂ, ਪਰ ਉਹ ਅੱਜ ਵੀ ਇਸ ਦਾ ਦਰਦ ਹੰਢਾ ਰਹੇ ਨੇ। ਅਜੇ ਵੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਹੈ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚੋਂ ਬਾਹਰ ਨਹੀਂ ਆ ਰਹੇ, ਵੱਡਿਆਂ ਨੂੰ ਫਰਕ ਨਹੀਂ ਕੋਈ ਪੈਂਦਾ, ਤੇ ਮਾਤੜਾਂ ਦੀ ਦਰਦ ਭਰੀ ਜ਼ਿੰਦਗੀ ਦੀ ਕੋਈ ਦਾਸਤਾਨ ਨਹੀਂ ਲਿਖਣ ਨੂੰ ਤਿਆਰ। ਜੀ ਟਵਾਣਾ ਸਾਹਿਬ, ਮੈਂ ਜਿੱਥੇ ਛੱਡਿਆ ਸੀ ਬ੍ਰੇਕ ਤੋਂ ਪਹਿਲਾਂ ਉੱਥੋਂ ਹੀ ਸ਼ੁਰੂ ਕਰਦਾ। ਜਗਜੀਤ ਸਿੰਘ ਚੌਹਾਨ ਨੇ ਖਾਲਿਸਤਾਨ ਦੀ ਕਰੰਸੀ ਵੀ ਜਾਰੀ ਕਰਤੀ ਸੀ, ਆਪਣੇ ਆਪ ਨੂੰ ਖਾਲਿਸਤਾਨ ਦਾ ਰਾਸ਼ਟਰਪਤੀ ਵੀ ਉਹਨੇ ਡਿਕਲੇਅਰ ਕਰਤਾ ਸੀ। ਜਦੋਂ ਪੰਜਾਬ ਦੇ ਵਿੱਚ ਮੂਵਮੈਂਟ ਬਿਲਕੁਲ ਖਤਮ ਹੋ ਗਈ, ਉਸ ਵੇਲੇ ਜਗਜੀਤ ਸਿੰਘ ਚੌਹਾਨ ਨੇ ਸੁਪਰੀਮ ਕੋਰਟ 'ਚ ਰਿਟ ਲਾਈ ਕਿ ਮੈਂ ਭਾਰਤ ਆਉਣਾ ਚਾਹੁੰਦਾ, ਮੈਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਫਿਰ ਉਦੋਂ ਖਾਲਿਸਤਾਨ ਕਿੱਥੇ ਚਲਾ ਗਿਆ ਕਿਸੇ? ਆਖਰੀ ਸਮਾਂ ਉਹਨੇ ਭਾਰਤ ਦੀ ਧਰਤੀ ਤੇ ਆ ਕੇ ਕੱਟਿਆ। ਗੱਲ ਆ ਬਹੁਤ ਸਾਰੇ ਲੋਕ ਨੇ, ਮੈਂ ਕਿਹਾ ਤੁਸੀਂ ਵੱਡੀਆਂ ਗੱਲਾਂ ਕਰਦੇ ਹੋ। ਹੁਣ ਸਿਮਰਜੀਤ ਸਿੰਘ ਮਾਨ ਆ, ਉਹਨੇ ਦੁੱਖ ਦਰਦ ਹੰਡਾਇਆ, ਜੋ ਮਰਜ਼ੀ ਆ, ਚਲੋ ਕੁਰਬਾਨੀ ਤਾਂ ਹੈਗੀ ਆ, ਠੀਕ ਆ। ਪੋਲੀਟੀਕਲੀ ਨਹੀਂ ਸਰਵਾਈਵ ਕਰ ਸਕਿਆ, ਉਹ ਵੱਖਰੀ ਗੱਲ ਆ। ਸਾਰਿਆਂ ਨੇ ਰਾਸ਼ਟਰਪਤੀ ਨਹੀਂ ਬਣਨਾ, ਸਾਰਿਆਂ ਨੇ ਪ੍ਰਾਈਮ ਮਿਨਿਸਟਰ ਨਹੀਂ ਬਣਨਾ, ਤੇ ਸਾਰਿਆਂ ਨੇ CM ਨਹੀਂ ਬਣਨਾ। ਉਹ ਜਿਹਦੇ ਭਾਗਾਂ 'ਚ ਲਿਖਿਆ ਉਹਨਾਂ ਦੀ ਵਾਰੀ ਆਉਣੀ ਆ। ਅਤਿੰਦਰਪਾਲ ਸਿੰਘ ਆ, ਠੀਕ ਆ, ਉਹ ਆਪਣੀ ਜਗ੍ਹਾ ਤੇ ਆ, ਸਾਰੇ ਆਪਣੀ ਜਗ੍ਹਾ। ਪਰ ਗੱਲ ਤੇ ਆ ਵੀ ਜਿਹੜਾ ਰੈਫਰੈਂਡਮ 2020 ਚੱਲ ਰਿਹਾ, ਇਹਦੇ ਨਾਲ ਸਪੋਰਟ ਪੰਜਾਬ 'ਚੋਂ ਛੱਡੋ ਵਿਦੇਸ਼ਾਂ 'ਚੋਂ ਕਿੰਨੀ ਆ। ਸਿਰਫ ਉਹ ਨੌਜਵਾਨ ਆ ਜਿਹੜੇ ਵਿਚਾਰੇ ਨੂੰ ਕੁਛ ਨਹੀਂ ਪਤਾ,
ਉਹ ਇਕੱਠਾ ਹੋਇਆ ਕੀ ਇਸ ਮੂਵਮੈਂਟ, ਜਿਵੇਂ ਪਹਿਲਾਂ ਵੀ ਇਸ ਮੂਵਮੈਂਟ ਦੀ ਬਣਾ ਤੇ ਰਾਜਨੀਤਿਕ ਸ਼ਰਨ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹੈ, ਹਾਲੀਆ ਜਿਹੜਾ ਮਸਲਾ ਹੁਣ ਹੋਇਆ, ਕੀ ਇਹ ਵੀ ਰਾਜਨੀਤਿਕ ਸ਼ਰਨ ਦਾ ਸਿਸਟਮ ਬਣ ਸਕਦਾ ਹੈ? ਹਾਂ, ਟਵਾਣਾ ਸਾਹਿਬ ਪਹਿਲਾਂ ਕੀ ਸੀਗਾ, ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਕੋ ਪ੍ਰਧਾਨ 5-6 ਰਹੇ ਆ, ਉਹ ਕਈ ਵਾਰੀ ਧੜਿਆਂ 'ਚ ਹੋ ਗਈ ਸੀ, ਉਹਨਾਂ ਦੀਆਂ ਚਿੱਠੀਆਂ ਚੱਲਦੀਆਂ ਸੀ, ਉਹਦੇ ਨਾਲ ਜਾਂਦੇ ਸੀ, ਕੋਈ 50,000 'ਚ ਕੋਈ ਲੱਖ 'ਚ ਦੇ ਦਿੰਦਾ ਸੀ, ਚਿੱਠੀ ਜਾਂਦੀ ਸੀ ਉੱਥੇ, ਉਹਦੇ 'ਚ ਸਰ ਮਿਲ ਜਾਂਦੀ ਸੀ। ਫਿਰ ਅਕਾਲੀ ਦਲ ਵੱਲੋਂ ਚੱਲ ਗਿਆ, ਅਕਾਲੀ ਦਲ ਦੀ ਅਜੇ ਵੀ, ਅਕਾਲੀ ਦਲ ਅੰਮ੍ਰਿਤਸਰ ਦੀ ਅਜੇ ਵੀ ਚੱਲਦੀ ਆ, ਉਹਨਾਂ ਵਾਲੀ ਤੇ ਉੱਥੇ ਸ਼ਰਨ ਜਿਹੜੀ ਆ ਉਹ ਮਿਲਦੀ ਆ। ਹੁਣ ਮੈਨੂੰ ਲੱਗਦਾ ਕਿ ਇਹ ਰੈਫਰੈਂਡਮ ਜਿਹੜਾ 2020 ਆ, ਹੁਣ ਇੰਡੀਆ ਨਾਲੋਂ ਸਾਰਾ ਕੁਝ ਕੱਟ ਜੂਗਾ। ਫਿਰ ਗੁਰਪਤਵੰਤ ਸਿੰਘ ਪੰਨੂ ਨੂੰ ਕੋਲੇ ਪਾਵਰ ਆ ਜਾਏਗੀ ਕਿ ਭਾਈ ਗੁਰਪਤਵੰਤ ਸਿੰਘ ਪੰਨੂ ਉੱਥੇ ਜਿਹਨੂੰ ਬੈਠਾ ਮਰਜੀ ਚਿੱਠੀ ਲਿਖ ਕੇ ਦੇ ਦੇਵੇ, ਉਹਨੂੰ ਸ਼ਰਨ ਮਿਲ ਜਾ ਕਰੇਗੀ। ਮਤਲਬ ਇੰਡੀਆ ਵੱਲ ਨੂੰ ਬਹੁਤਾ ਝਾਕਣ ਦੀ ਲੋੜ ਨਹੀਂ ਪਏਗੀ। ਉੱਥੇ ਜਾ ਕੇ ਜਿਹੜਾ ਵੀ ਇੱਕ ਵਾਰੀ ਪਹੁੰਚ ਗਿਆ, ਉਹਨੂੰ ਇਹ ਆ ਵੀ ਗੁਰਪਤਵੰਤ ਸਿੰਘ ਪੰਨੂ ਦੀ ਚਿੱਠੀ ਲਾਓ ਤੇ ਤੁਹਾਨੂੰ ਸ਼ਰਨ ਜਿਹੜੀ ਆ ਉਹ ਮਿਲ ਜੇਗੀ। ਇਹ ਕੰਮ ਸੌਖਾ ਹੋ ਜੂ। ਵੱਡੀ ਗੱਲ ਟਵਾਣਾ ਸਾਹਿਬ ਇਸ ਵੇਲੇ ਜਿਹੜੀ ਸੋਚਣ ਦੀ ਆ ਉਹ ਇਹ ਆ, 1984 ਜੂਨ ਵਾਪਰਿਆ, ਕਿੰਨੇ ਘਰ ਅਜੇ ਤੱਕ ਉਜੜੇ ਪਏ ਆ ਉਸ ਤੋਂ ਬਾਅਦ ਦੇ? ਕੀ ਗੁਰਪਤਵੰਤ ਸਿੰਘ ਪੰਨੂ ਨੇ ਉਹਨਾਂ ਵੱਲ ਸੋਚਿਆ ਕਿ ਉਹਨਾਂ ਘਰਾਂ ਦਾ ਹਸ਼ਰ ਕੀ ਆ? ਕੀ 1984 ਤੋਂ ਲੈ ਕੇ 94-95 ਤੱਕ ਜੋ ਕੁਝ ਹੋਇਆ ਉਹਨਾਂ ਘਰਾਂ ਵੱਲ ਝਾਕਿਆ? ਉਸ ਤੋਂ ਅਗਲੀ ਗੱਲ ਕਿ 84 ਨਵੰਬਰ 'ਚ ਕੀ ਕੁਝ ਹੋਇਆ? ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਆ, ਕੀ ਉਸ ਵੱਲ ਝਾਕਿਆ ਕਿ ਉਹਨਾਂ ਦਾ ਰੋਜੀ ਰੋਟੀ ਦਾ ਜਰੀਆ ਕੀ ਆ? ਲੁਧਿਆਣਾ ਦੇ ਵਿੱਚ ਆ, ਕਹਿਣ ਨੂੰ ਤਾਂ ਉਹਨੂੰ ਦੰਗਾ ਪੀੜਤ ਕਲੋਨੀ ਕਹਿ ਦਿੰਦੇ ਆ, ਵੱਡੇ ਵੱਡੇ ਬੜੇ, ਮਤਲਬ ਮੈਂ ਹੈਰਾਨ ਇਸ ਗੱਲ ਤੋਂ ਆ। ਕਥਾਵਾਚਕ ਆ, ਪ੍ਰਚਾਰਕ ਆ, ਐਂਕਰ ਨੇ ਆ ਕੇ ਇੱਕੋ ਗੱਲ ਜੀ, ਲੁਧਿਆਣੇ ਦੰਗਾ ਪੀੜਤ। ਉਹ ਭਲੇ ਮਾਨਸੋ, ਦੰਗਾ ਪੀੜਤ ਨਹੀਂ ਹੈ, ਦੰਗੇ ਉਹ ਹੁੰਦੇ ਆ ਜਿਹੜੇ ਦੋ ਧਿਰਾਂ ਵਿਚਾਲੇ ਹੋਣ। ਉਹ ਕਤਲੇਆਮ ਪੀੜਤ ਕਲੋਨੀ ਕਿਉਂ ਨਹੀਂ ਉੱਥੇ ਬੋਰਡ ਲਿਖ ਕੇ ਤੁਸੀਂ ਲਾਉਂਦੇ ਕਿ 1984 ਨਵੰਬਰ ਕਤਲੇਆਮ ਪੀੜਤ ਕਲੋਨੀ ਆ? ਕੀ ਉਹਨਾਂ ਦੀ ਕਿਸੇ ਨੇ ਸਾਰ ਲਈ ਆ? ਘੱਟੋ ਘੱਟ ਇਹ ਆ ਕਿ ਤੁਸੀਂ ਰੈਫਰੈਂਡਮ 2020 ਦੇ ਨਾਮ ਤੇ ਜੋ ਕੁਝ ਇਕੱਠਾ ਕਰ ਰਹੇ ਹੋ, ਘੱਟੋ ਘੱਟ ਉਹਨਾਂ ਨੂੰ ਪੁੱਛ ਲਓ। ਹੁਣ ਅਗਲੀ ਗੱਲ ਟਵਾਣਾ ਸਾਹਿਬ, ਇਸ ਵੇਲੇ ਲੇਟੈਸਟ ਜਿਹੜੀ ਆ, ਇੱਕ ਨੌਜਵਾਨ ਸਮਾਣੇ ਤੋਂ ਆ, ਉਹਦੇ ਨਾਲ 2 ਹੋਰ ਨੌਜਵਾਨ, ਤਿੰਨਾਂ ਨੂੰ ਦਿੱਲੀ ਪੁਲਿਸ ਨੇ ਚੱਕ ਲਿਆ। ਦਿੱਲੀ ਪੁਲਿਸ ਨੇ ਉਹਨਾਂ ਤੇ ਉੱਥੇ ਕੇਸ ਪਾ ਦਿੱਤੇ। ਉਹਨਾਂ ਦੇ ਜਿਹੜੇ ਲਿੰਕ 'ਚ ਅੱਗੇ ਸੀ ਉਹ 3 ਆ, ਉਹਨਾਂ 'ਚੋਂ ਇੱਕ ਹੋਰ ਰਾਜਪੁਰੇ ਕੋਲ ਦਾ ਰਹਿਣ ਵਾਲਾ ਤੇ 2 ਹੋਰ ਨੌਜਵਾਨ, ਇੱਕ ਮਾਨਸੇ ਦਾ, ਇੱਕ ਹੋਰ ਆ। 3 ਜਿਹੜੇ ਆ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਕੇਸ ਪਾ ਦਿੱਤੇ ਆ। ਗੱਲ ਕੀ ਸੀ? ਉਹਨਾਂ ਦਾ ਕਸੂਰ ਸੀ, ਉਹ ਇਹਨਾਂ ਦੇ ਟ੍ਰੈਪ 'ਚ ਆ ਗਏ। ਟ੍ਰੈਪ 'ਚ ਆ ਗਏ ਆ ਉਹ ਵਿਚਾਰੇ 6 ਜਿਹੜੇ ਆ ਉਹ ਅੰਦਰ ਬੈਠ ਜਾਣੇ ਆ 2-4 ਦਿਨ। ਤੁਸੀਂ ਹੁਣ 2 ਲੀਡਰਾਂ ਦੀ ਗੱਲ ਕੀਤੀ, ਉਹ ਲੀਡਰ ਆਉਣਗੇ, ਉਹਨਾਂ ਦੇ ਘਰੇ ਘਰਦਿਆਂ ਨੂੰ ਸਰੋਪਾ ਸਾਹਿਬ ਦੇ ਜਾਣਗੇ ਜਾਂ 5-4 ਹਜ਼ਾਰ ਦੇ ਦੇਣਗੇ। ਉਹਦੇ ਬਾਅਦ ਨੌਜਵਾਨ ਉਹਨਾਂ ਦਾ ਅੰਦਰ ਰੁਲਦਾ ਰਹੂਗਾ। ਉਹ ਮਾਂ ਪਿਓ ਜਿਹੜੇ ਉਸ ਹਰ ਹਫ਼ਤੇ ਦੇ 2 ਦਿਨ ਜਿਹੜੇ ਉਹ ਝੋਲਾ ਚੱਕ ਕੇ ਉਹਨਾਂ ਦੀਆਂ ਮੁਲਾਕਾਤਾਂ ਤੇ ਤੁਰੇ ਰਹਿਣਗੇ। ਸਾਰੀ ਉਮਰ ਉਹਨਾਂ ਦੀ ਇਸੇ 'ਚ ਨਿਕਲ ਜਾਏਗੀ। ਮਤਲਬ ਹਾਂਜੀ ਜੀ ਪਲੀਜ਼। ਤੇ ਮਤਲਬ ਗੱਲ ਇਹ ਆ ਕਿ ਸਾਡੀ ਹਾਲਾਤ ਕੀ ਆ, ਅਸੀਂ ਸਮੇਂ ਨੂੰ ਸਮਝਿਆ ਨਹੀਂ ਔਰ ਅਸੀਂ ਪਿਛਲੇ ਨੂੰ ਭੁੱਲਦੇ ਆ, ਅਗਲੇ ਨੂੰ ਦੌੜ ਲੈਂਦੇ ਆ। ਅਸੀਂ ਕਦੇ ਨਹੀਂ ਸੋਚਿਆ ਕਿ ਹੁਣ ਤੱਕ ਨੁਕਸਾਨ ਕਿੰਨਾ ਉਠਾਇਆ। ਟਵਾਣਾ ਸਾਹਿਬ, ਅਕਾਲੀ ਦਲ ਦੀਆਂ 3 ਸਰਕਾਰਾਂ ਪੰਜਾਬ 'ਚ ਰਹਿ ਗਈਆਂ। ਉਸ ਤੋਂ ਪਹਿਲਾਂ ਸਰਜੀਤ ਸਿੰਘ ਬਰਨਾਲੇ ਦੀ ਰਹਿ ਗਈ ਆ। ਇਹਨਾਂ ਸਾਰੀਆਂ ਸਰਕਾਰਾਂ ਨੇ, ਕੈਪਟਨ ਸਾਹਿਬ ਦੀਆਂ 2 ਰਹਿ ਗਈਆਂ, ਬੇਅੰਤ ਸਿੰਘ ਨੂੰ ਛੱਡ ਦਿਓ। ਕੈਪਟਨ ਸਾਹਿਬ ਨੇ ਵੀ 1984 'ਚ ਅਸਤੀਫਾ ਦਿੱਤਾ ਸੀ। ਅੱਜ ਤੱਕ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ 1984 ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਜਿਹੜਾ ਅਟੈਕ ਸੀ, ਉਹਨੂੰ ਸਾਰਿਆਂ ਕਿਹਾ ਗਲਤ ਹੋਇਆ। ਜੇ ਗਲਤ ਹੋਇਆ ਤੇ 6 ਜੂਨ ਦੀ ਛੁੱਟੀ ਡਿਕਲੇਅਰ ਕਰ ਦੋ। ਘੱਟੋ ਘੱਟ ਇੰਨਾ ਤਾਂ ਹੋ ਜਵੇ ਕਿ ਹਾਂ ਭਾਈ ਇਹ ਭਾਰਤ ਸਰਕਾਰ ਨੇ ਧੱਕਾ ਕੀਤਾ ਸੀ, ਇਸ ਕਰਕੇ 6 ਜੂਨ ਦੀ ਜਿਹੜੀ ਆ ਉਹ ਉਸ ਰੋਸ ਵਜੋਂ ਜਿਹੜੀ ਆ ਉਹ ਪੰਜਾਬ 'ਚ ਛੁੱਟੀ ਆ। ਘੱਟੋ ਘੱਟ ਇੰਟਰਨੈਸ਼ਨਲ ਲੈਵਲ ਤੇ ਇੱਕ ਮੈਸੇਜ ਤਾਂ ਜਾਵੇ। ਪਰ ਕੇਵਲ ਤੇ ਕੇਵਲ ਟਵਾਣਾ ਸਾਹਿਬ ਇੱਥੇ ਰੋਟੀਆਂ ਸੇਕ ਹੁੰਦੀਆਂ, ਹੋਰ ਕੁਝ ਨਹੀਂ। ਰੋਜ਼ ਸਿਆਸਤ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਚਿੱਕੜ ਹੈਗਾ ਪਰ ਦਲਦਲ ਨਹੀਂ। ਪਰ ਦਲਾਂ ਦੀ ਦਲਦਲ ਬਹੁਤ ਬਣ ਗਈ ਹੈ। ਸੁਖਦੇਵ ਸਿੰਘ ਢੀਂਡਸਾ ਹੋਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਜਿਹਦੇ ਪ੍ਰਧਾਨ ਬਣੇ ਨੇ, ਬਾਦਲਾਂ ਨੂੰ ਅਹੁਦੇ ਤੋਂ ਹਟਾ ਦਿੱਤਾ। ਸੁਖਵੀਰ ਕਹਿੰਦਾ ਢੀਂਡਸਾ ਸਾਹਿਬ ਦੇ ਮਨ ਦੀ ਇੱਛਾ ਪੂਰੀ ਹੋ ਗਈ, ਚਲੋ ਪ੍ਰਧਾਨ ਬਣ ਗਏ ਨੇ। ਕੀ ਰੰਗ ਦਿਖਾਏਗਾ ਇਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਦਲ? ਕਾਨੂੰਨੀ ਅੜਚਣਾਂ ਬਹੁਤ ਨੇ, ਵਕਾਲਤ ਦੇ ਨਜ਼ਰੀਏ ਤੋਂ ਕੀ ਵੇਖਦੇ ਹੋ? ਪਰਮਿੰਦਰ ਢੀਂਡਸਾ ਤਾਂ ਕਹਿ ਚੁੱਕੇ ਨੇ, ਕਹਿੰਦੇ ਜੇ ਕਾਨੂੰਨੀ ਅੜਚਣ ਆਈ ਅਸੀਂ ਇਹਦਾ ਨਾਂ ਡੈਮੋਕ੍ਰੈਟਿਕ ਅਕਾਲੀ ਦਲ ਰੱਖ ਲਾਂਗੇ। ਕੀ ਲੱਗਦਾ ਟਵਾਣਾ ਸਾਹਿਬ? ਕਾਨੂੰਨੀ ਵੀ ਦੇਖ ਲਾਂਗੇ ਤੇ ਪੋਲੀਟੀਕਲ ਵੀ ਦੇਖ ਲਾਂਗੇ। ਪਹਿਲਾਂ ਤਾਂ ਕਾਨੂੰਨੀ ਇਹ ਹੈ ਕਿ ਕਾਨੂੰਨੀ ਤੌਰ ਤੇ ਇਹਦੇ 'ਚ ਅੜਚਣ ਆਏਗੀ ਜੀ। ਉਹ ਅਸਲ ਅਕਾਲੀ ਦਲ, ਉਹਨੂੰ ਜਿਹਨੂੰ ਬਾਦਲ ਕਹਿੰਦੇ ਅਸਲ ਅਕਾਲੀ ਦਲ ਉਹ ਆ ਕਿਉਂਕਿ ਉਹਨਾਂ ਕੋਲ ਤੱਕੜੀ ਦਾ ਸਿੰਬਲ ਆ। ਮਾਨ ਅਕਾਲੀ ਦਲ ਦਾ ਜਿਹੜਾ ਵਾ ਉਹ ਜਦੋਂ 1984 'ਚ ਇਹਨਾਂ ਨੇ ਅੰਮ੍ਰਿਤਸਰ ਐਲਾਨਨਾਮਾ ਤਿਆਰ ਕੀਤਾ ਸੀ ਜਿਹ 'ਚ ਸਾਰੇ ਦਲ ਸੀ, ਉਸ ਵੇਲੇ ਉਹਦੇ ਅਕਾਲੀ ਦਲ ਦਾ ਨਾਂ ਅੰਮ੍ਰਿਤਸਰ ਅਕਾਲੀ ਦਲ ਰੱਖਿਆ ਗਿਆ।
ਰਵਿੰਦਰ ਦਾ ਅਕਾਲੀ ਦਲ 1920 ਆ, ਇੱਕ ਸਰਬਹਿੰਦ ਅਕਾਲੀ ਦਲ ਵੀ ਇੱਕ, ਇਹ ਸਰਬਹਿੰਦ ਤਾਂ ਖਤਮ ਹੋ ਗਿਆ ਸੀ, ਲੌਂਗੋਵਾਲ ਵੀ ਖਤਮ ਹੋ ਗਿਆ ਸੀ, ਉਹ ਤਾਂ ਸਾਰੇ ਖਤਮ ਹੋ ਗਿਆ ਸੀ। ਇੱਕ ਨਾਭੇ 'ਚ ਇੱਕ ਪਿੰਡ 'ਚ ਹੀ ਆ ਉਹ ਸੁਤੰਤਰ ਅਕਾਲੀ ਦਲ ਆ, ਉਹ 4-5 ਜਣੇ ਆ, ਉਹਦੇ 'ਚ ਜ਼ਿਆਦੇ ਨਹੀਂ ਗਏ, ਇੰਨੇ ਕੋਈ ਆ, ਕਾਫੀ ਦਲ ਨੇ ਮਤਲਬ ਦਲ ਨੇ ਦੋਹੀਂ ਦਲੀ ਮੁਕਾਬਲਾ ਰਣ ਸੂਰੇ ਗੜਕਣ, ਪਰ ਮੁਕਾਬਲਾ ਢੀਂਡਸਾ ਤੇ ਬਾਦਲਾਂ 'ਚ ਹੀ ਹੈ ਵੈਸੇ ਮੋਟਾ ਨਹੀਂ। ਮੈਂ ਉਸੇ ਹਾਲ ਦੀ ਘੜੀ ਟਕਸਾਲੀ ਵੀ ਸਾਇਲੈਂਟ ਹੋ ਗਏ। ਮੈਂ ਉਸੇ ਤੇ ਹੁਣ ਆਉਣ ਲੱਗਾ ਕੀ ਆ ਕਿ ਪਹਿਲਾਂ ਢੀਂਡਸਾ ਸਾਹਿਬ ਨੇ ਅਸਤੀਫਾ ਦਿੱਤਾ, ਕਹਿੰਦੇ ਮੈਂ ਘਰ ਬੈਠ ਗਿਆ, ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ। ਜਦੋਂ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਫਿਰ ਢੀਂਡਸਾ ਸਾਹਿਬ ਤਕੜੇ ਹੋ ਗਏ। ਕਿਤੇ ਨਾ ਕਿਤੇ ਬੀਜੇਪੀ ਦੀ ਸਪੋਰਟ ਹੈ ਅੰਦਰੋਂ, ਅਕਾਲੀ ਦਲ ਬਾਦਲ ਤੋਂ ਵੱਧ ਸੀਟਾਂ ਬਾਹਮ ਰੋੜ ਕੇ ਲੈਣ ਦੀ ਬਿਲਕੁਲ ਇਹੀ ਕੁਛ ਟਵਾਣਾ ਸਾਹਿਬ ਮੈਂ ਉੱਥੇ ਆਉਣ ਲੱਗਾ, ਕਿਉਂਕਿ ਢੀਂਡਸਾ ਸਾਹਿਬ ਪਹਿਲਾਂ ਚੁੱਪ ਸੀ, ਜਦੋਂ ਪਦਮ ਸ਼੍ਰੀ ਦਾ ਅਵਾਰਡ ਆਇਆ ਉਸੇ ਵੇਲੇ ਢੀਂਡਸਾ ਸਾਹਿਬ ਦੀ ਬੋਲੀ ਜਿਹੜੀ ਸੀ ਉਹ ਬਦਲ ਗਈ। ਠੀਕ ਹੈ ਨਾ, ਉਹ ਪਟਿਆਲੇ ਵਾਲਾ ਰਾਜਾ ਬੋਲੀ ਹੋਰ ਬੋਲਣ ਲੱਗ ਗਿਆ ਸੀਗਾ। ਠੀਕ ਆ, ਉਹੀ ਕੁਝ ਹੋਇਆ। ਹੁਣ ਉਹ ਜਦੋਂ ਇਹ ਹਾਲਾਤਾਂ ਬਣੀਆਂ ਤੇ ਢੀਂਡਸਾ ਸਾਹਿਬ ਦੀ ਬੋਲੀ ਜਿਹੜੀ ਸੀ ਉਹ ਬਦਲ ਗਈ। ਤੁਸੀਂ ਪਟਿਆਲੇ ਵਾਲੇ ਰਾਜੇ ਦੀ ਗੱਲ ਕੀਤੀ, ਜਿਹੜੇ ਪਟਿਆਲੇ ਵਾਲੇ ਰਾਜੇ ਨਾਲ ਬਹੁਤ ਸਾਰੇ ਲੋਕ ਆਏ ਸੀ ਅਕਾਲੀ ਦਲ ਬਾਦਲ ਚੋਂ, ਉਹ ਵੀ ਉਧਰ ਜਾ ਰਹੇ ਨੇ, ਕਾਂਗਰਸ ਦੇ ਬੰਦੇ ਢੀਂਡਸਾ ਸਾਹਿਬ ਨਾਲ ਜਾ ਰਹੇ ਨੇ। ਮੈਂ ਉਸੇ ਤੇ ਆਉਣ ਲੱਗਾ। ਹੁਣ ਹਾਲਾਤ ਕੀ ਹੋਇਆ ਦੇਖੋ, ਆਪਣੇ ਕੋਲ ਸਮਾਂ ਥੋੜਾ, ਤਾਂ ਹੀ ਮੈਂ ਉਹ ਜਲਦੀ ਕਰਨ ਲੱਗਿਆ, ਮੈਨੂੰ ਪਤਾ ਸਮੇਂ ਦੀ ਘਾਟ ਆ, ਮੈਂ ਉਸੇ ਹਿਸਾਬ ਨਾਲ ਦੇਖੋ ਕੀ ਆ। ਅਸੀਂ ਕਹਿੰਦੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ, ਅਸੀਂ ਸਹੁੰ ਖਾਦੀ। ਉਹ ਭਈ ਸਹੁੰਆਂ ਤਾਂ ਤੁਸੀਂ 1983 ਚ ਵੀ ਖਾਧੀਆਂ ਸੀ, ਗੁਟਕਾ ਸਾਹਿਬ ਦੀ ਵੀ ਖਾਧੀ ਸੀ, ਗੁਟਕਾ ਸਾਹਿਬ ਦੀ ਵੀ ਖਾਧੀ ਗਈ ਆ ਆਪਣੇ ਤਲਵੰਡੀ ਸਾਬੋਂ। ਹਾਲਾਤ ਕੀ ਬਣੇ ਆ ਕਿ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਕ ਅਕਾਲੀ ਦਲ ਟਕਸਾਲੀ ਬਣਾਇਆ। ਉਹ ਜਿਹੜਾ ਟਕਸਾਲੀ ਦਾ ਪ੍ਰਧਾਨ ਉਹ ਰੋਂਦਾ ਰਹਿ ਗਿਆ, ਉਹਨੂੰ ਸਾਰੇ ਹੀ ਛੱਡ ਕੇ ਢੀਂਡਸਾ ਸਾਹਿਬ ਨਾਲ ਭੱਜ ਆਏ। ਉਹ ਪਿਓ ਪੁੱਤ ਰਹਿ ਗਏ, ਪਿਓ PGI ਪਿਆ, ਪੁੱਤ ਰਹਿ ਗਿਆ ਇੱਕ, ਉਹਨਾਂ ਨਾਲ ਪੀਰ ਮੁਹੰਮਦ ਰਹਿ ਗਿਆ, ਬਾਕੀ ਸਾਰੇ ਹੀ ਭੱਜ ਗਏ। ਠੀਕ ਆ, ਇੱਕ ਰਹਿ ਗਿਆ ਰਤਨ ਸਿੰਘ ਅਜਨਾਲਾ, ਉਹਦਾ ਮੁੰਡਾ ਪਹਿਲਾਂ ਅਕਾਲੀ ਦਲ ਬਾਦਲ 'ਚ ਭੱਜ ਗਿਆ। ਮਤਲਬ ਹਾਲਾਤ ਕੀ ਨੇ, ਸਿਰਫ ਅਸੀਂ ਪਾਵਰ ਨਾਲ ਵੱਜੇ ਹੋਏ ਆ, ਜਿੱਧਰ ਪਾਵਰ ਦਿਖਦੀ ਆ ਉਧਰ ਹੀ ਸਾਰੇ ਦੌੜ ਜਾਂਦੇ ਨੇ। SGPC ਇਲੈਕਸ਼ਨ ਮੇਰੇ ਖਿਆਲ ਹੈ ਲੜਨਾ ਨਹੀਂ ਚਾਹੁੰਦੇ। ਹਾਂ ਟਵਾਣਾ ਸਾਹਿਬ, ਹੈਰਾਨੀ ਦੀ ਗੱਲ ਹੈ ਕਿ ਜਿਹੜਾ ਮੁੱਖ ਮੁੱਦਾ ਹੈ ਉਹ ਤੇ ਢੀਂਡਸਾ ਸਾਹਿਬ ਨੇ ਵੀ ਮੇਰੀ ਇਹਨਾਂ ਦੇ ਬਹੁਤੇ ਸੀਨੀਅਰ ਬੰਦਿਆਂ ਨਾਲ ਗੱਲ ਹੋਈ। ਮੈਂ ਕਿਹਾ ਵੀ ਦੇਖੋ ਵੀ ਅਸੀਂ ਪੋਲੀਟੀਕਲੀ ਜਿੰਨਾ ਕੁ ਜੱਜ ਕਰ ਸਕਦੇ ਹੋ ਇਹ ਆ ਕਿ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਬਾਦਲਾਂ ਦੀ ਬੇੜੀ ਡੋਬ ਦੇਵੇਗਾ ਤੇ 2021 ਦੇ ਵਿੱਚ ਜਿਹੜੀ ਫਰਵਰੀ ਮਾਰਚ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਆਉਣੀ ਆ, ਉਹਦੇ ਵਿੱਚ ਮਨਜੀਤ ਸਿੰਘ ਜੀਕੇ ਤੇ ਜਿਹੜੇ ਸਰਨਾ ਭਰਾ ਨੇ ਉਹਨਾਂ ਨੇ ਜਿਹੜਾ ਵਾ ਉਹ ਉੱਥੇ ਆਪਣੀ ਜਿਹੜੀ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਉਹਨਾਂ ਦੇ ਕਬਜ਼ੇ 'ਚ ਆ ਜਾਣੀ ਆ। ਕਹਿੰਦੇ ਬਿਲਕੁਲ ਅਸੀਂ ਸਹਿਮਤ ਆ। ਮੈਂ ਕਿਹਾ ਫਿਰ ਤੁਸੀਂ SGPC ਬਾਰੇ ਕੀ ਸੋਚਿਆ? ਕਹਿੰਦੇ ਨਹੀਂ ਭਾਈ ਸਾਹਿਬ ਅਸੀਂ SGPC ਬਾਰੇ ਤਾਂ ਨਹੀਂ ਬਹੁਤਾ ਸੋਚਣਾ ਕਿਉਂਕਿ ਸਾਡੇ ਕੋਲ ਸਮਾਂ ਘੱਟ ਆ, ਅਸੀਂ ਤਾਂ 2022 ਜਿਹੜੀ ਆ ਉਹਦੀ ਤਿਆਰੀ ਕਰਨੀ। ਉਹ ਮੈਂ ਕਿਹਾ ਤੁਸੀਂ ਹੁਣ ਤੱਕ ਤਾਂ ਇਹ ਕਹਿੰਦੇ ਸੀ ਮਤਲਬ ਸ਼੍ਰੋਮਣੀ ਕਮੇਟੀ ਤਾਂ ਬਾਦਲ ਸਾਹਿਬ ਨੂੰ ਦੇ ਚੁੱਕੇ ਨੇ, ਇਹਦਾ ਮਤਲਬ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਉਹੀ ਅਕਾਲੀ ਦਲ। ਨਹੀਂ ਉਹ ਹੁਣ ਇਹਨਾਂ ਦੀ ਹੁਣ ਦੀ ਜਿਹੜੀ ਲੇਟੈਸਟ 2 ਦਿਨ ਪਹਿਲਾਂ ਦੀ ਹੈ ਡਿਵੈਲਪਮੈਂਟ ਉਹ ਇਹ ਆ ਕਿ ਉਹ ਮੰਨ ਗਏ ਕਿ ਸਾਡਾ ਸਮਝੌਤਾ ਆਮ ਆਦਮੀ ਪਾਰਟੀ ਨਾਲ ਹੋਣਾ, ਅਸੀਂ BJP ਨਾਲ ਨਹੀਂ ਕਰਨਾ ਕਿਉਂਕਿ BJP ਨੇ ਪੰਜਾਬ ਦੇ ਅਗੇਂਸਟ ਕਾਫੀ ਫੈਸਲੇ ਕਰ ਦਿੱਤੇ। ਜਦੋਂ ਕਿ ਪਹਿਲਾਂ ਇਹ ਸੀ ਕਿ ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਬਣਿਆ ਉਹਦੇ ਲਈ ਜਿਹੜਾ ਪੈਨਲ ਗਿਆ ਉਹਦੇ ਚੋਂ ਬੰਦਾ ਕਿਹੜੇ ਨੂੰ ਇਲੈਕਸ਼ਨ ਕਮਿਸ਼ਨ ਲਵਾਉਣਾ, ਕੀ ਕਰਨਾ, ਕਿਸ ਤਰ੍ਹਾਂ ਉਹਦੇ ਉੱਤੇ ਅਸੀਂ ਜਿਹੜੀਆਂ ਵੋਟਾਂ ਜਿਹੜੀਆਂ ਪਾਉਣੀਆਂ, ਕੀ ਕੁਝ ਕਰਨਾ, ਉਹ ਸਾਰੇ ਤੇ ਇਹਨਾਂ ਦਾ ਕੰਮ ਹੋ ਰਿਹਾ ਸੀ। ਪਰ ਹੁਣ ਇੱਕਦਮ ਇਹਨਾਂ ਨੇ ਉਹਦੇ ਤੋਂ ਸਾਈਡਲਾਈਨ ਹੋ ਗਿਆ। ਹੁਣ ਉਹ ਕਹਿੰਦੇ ਆ ਕਿ ਅਸੀਂ ਤਾਂ ਕੇਵਲ ਤੇ ਕੇਵਲ ਜਿਹੜੀ ਅਸੈਂਬਲੀ ਆਉਣੀ 2022 ਦੀ ਉਹ ਲੜਨੀ ਆ ਤੇ ਉਹ ਵੀ ਹੁਣ ਤਕਰੀਬਨ ਇੱਕ ਲਾਈਨ ਕਲੀਅਰ ਹੋ ਗਈ ਆ ਕਿ ਉਹ ਕਹਿੰਦੇ BJP ਨਾਲ ਸਾਡੇ ਬਹੁਤ ਘੱਟ ਚਾਂਸ ਆ, ਸਾਡੇ ਜ਼ਿਆਦਾ ਚਾਂਸ ਜਿਹੜੇ ਉਹ ਆਮ ਆਦਮੀ ਪਾਰਟੀ ਨਾਲ, ਤਾਂ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਸੁਰਿੰਦਰ ਸਿੰਘ ਜੀ, ਇੱਕ ਹੋਰ ਦੇਖੋ, ਭਾਰਤੀ ਜਨਤਾ ਪਾਰਟੀ ਇੱਕ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਉਹ ਵੀ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਇਸੇ ਕਰਕੇ ਸਾਰੀਆਂ ਖੇਤਰੀ ਪਾਰਟੀਆਂ ਖਤਮ ਕਰ ਰਹੇ ਨੇ, ਭਾਵੇਂ PDP ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਖੱਬੇ ਸੱਜੇ ਹੋਰ ਹੋਣ ਕੋਈ। ਸ਼ਿਵ ਸੈਨਾ ਤੱਕ ਵੀ ਮਤਲਬ ਇਹ ਛਾਂਗੀ ਹੈ ਇਹਨਾਂ ਨੇ, ਇਸ ਕਰਕੇ ਤਾਂ ਹੀ ਸ਼ਿਵ ਸੈਨਾ ਜਿਨ੍ਹਾਂ ਦੀ ਵਿਚਾਰਧਾਰਾ ਵੀ BJP ਵਾਲੀ ਆ ਉਹ ਮੋੜ ਕੇ ਕਾਂਗਰਸ ਨਾਲ ਜੁੜੇ, ਕਿਉਂਕਿ BJP ਜਿਹਦੇ ਨਾਲ ਯਾਰੀ ਪਾਉਂਦੀ ਹੈ ਉਹਨੂੰ ਖਤਮ ਕਰਦੀ ਹੈ RSS। ਪਰ ਕੀ ਇੱਕ ਇਦਾਂ ਦਾ ਕੋਈ ਬਦਲ ਹੈਗਾ ਜਿਵੇਂ ਸੁਖਬੀਰ ਬਾਦਲ ਹੁਣ ਬਹੁਜਨ ਸਮਾਜ ਪਾਰਟੀ ਨੂੰ ਨਾਲ ਜੋੜ ਰਹੇ ਨੇ, ਇੱਕ ਵਜ਼ੀਰੀ ਨੂੰ ਜੇ ਦਾਅ 'ਤੇ ਲਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਰੋਲ ਪੰਜਾਬ ਦੇ ਸਿੱਖਾਂ ਦੀ ਹਿੱਤਾਂ ਦੀ ਗੱਲ ਕਰੇ, ਮੈਂ ਸਮਝਦਾ ਕਿ ਲੋਕ ਸਾਡੇ ਬਹੁਤ ਮਾਫ ਕਰਨ ਦਾ ਜਿਰਾ ਰੱਖਦੇ ਨੇ। ਤੇ ਜੇ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਲਈ ਕੰਮ ਕਰਦਾ, ਪੰਜਾਬ ਦੇ ਲਈ ਜਾਂ ਸਿੱਖੀਜ਼ਮ ਲਈ ਕੰਮ ਕਰਦਾ, ਤੇ ਮੇਰਾ ਖਿਆਲ ਹੈ ਪਿਛਲੇ ਕੀਤੇ ਸਾਰੇ ਗੁਨਾਹ ਕਤਾਈਆਂ ਲੋਕ ਮਾਫ ਕਰ ਦੇਣਗੇ। ਕੀ ਅਕਾਲੀ ਦਲ ਬਾਦਲ 23 ਸੀਟਾਂ ਜੇ BJP ਦੀਆਂ ਵੱਲ ਝਾਕਦਾ ਨਹੀਂ, 23 ਸੀਟਾਂ ਜਾਂਦੀਆਂ ਜਾਣ ਦੇਵੇ, ਉਹਦੀ ਬਜਾਏ ਹੋਰ ਬਹੁਤ ਸਾਰੀਆਂ ਪਾਰਟੀਆਂ ਜਾਂ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਨੂੰ ਸਪੋਰਟ ਕਰ ਸਕਦੇ ਆ ਜੇ ਉਹ ਨਰੋਲ ਖੇਤਰੀ ਪਾਰਟੀ ਬਣਦੀ ਹੈ? ਬਿਲਕੁਲ ਟਵਾਣਾ ਸਾਹਿਬ, ਮੈਂ ਉਹਦੇ ਨਾਲ ਸਹਿਮਤ। ਦੇਖੋ ਪੰਜਾਬ ਵੀ ਇਹ ਚਾਹੁੰਦਾ ਕਿ ਸਾਡਾ ਸਕੋਪ ਹੈਗਾ ਫਿਰ ਇਹਨਾਂ ਦਾ। ਬਿਲਕੁਲ ਮੈਂ ਉੱਥੇ ਹੀ ਆ ਰਿਹਾ। ਦੇਖੋ ਪੰਜਾਬ ਖੁਦ ਚਾਹੁੰਦਾ ਕਿ ਸਾਡੀ ਰੀਜਨਲ ਪਾਰਟੀ ਹੋਵੇ,
ਪੰਜਾਬ ਨੂੰ ਪਤਾ ਕਿ ਸਾਡੀ ਹੋਂਦ ਉਨੀ ਦੇਰ ਜਿੰਨੀ ਦੇਰ ਤੱਕ ਸਾਡੀ ਕੋਈ ਆਪਣੀ ਰੀਜਨਲ ਪਾਰਟੀ ਆ, ਜਿੱਦਾਂ ਰੀਜਨਲ ਪਾਰਟੀ ਖਤਮ ਹੋ ਗਈ ਉਦੋਂ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ। ਠੀਕ ਹੈ, ਲੇਕਿਨ ਹੁਣ ਬਦਕਿਸਮਤੀ ਆ ਕਿ ਅਕਾਲੀ ਦਲ ਕੇਵਲ ਦਿੱਲੀ ਵੱਲ ਝਾਕੀ ਜਾ ਰਿਹਾ। ਦਿੱਲੀ ਜਿੰਨਾ ਕੋ ਦਬਾਈ ਜਾਂਦਾ ਉਹਨਾਂ ਕੋ ਲਿਫਦਾ ਤੁਰਿਆ ਜਾ ਰਿਹਾ। ਕਿੰਨੇ ਆਰਡੀਨੈਂਸ ਆ ਗਏ, ਕਿੰਨੇ ਬਿੱਲ, ਐਮਐਸਪੀ ਉਹ ਤੋੜੀ ਜਾ ਰਿਹਾ ਪੰਜਾਬ ਦੀ ਬੈਕਬੋਨ। ਜੇ ਉਹ ਲਾਗੂ ਹੋ ਗਿਆ ਅਕਾਲੀ ਦਲ ਤੇ ਵੈਸੇ ਹੀ ਖਤਮ ਹੈ। ਮੈਂ ਕਹਿੰਦਾ ਉਹ ਹੋ ਗਿਆ ਜਿਹੜਾ ਪਾਣੀਆਂ ਬਾਰੇ ਬਿੱਲ ਆ ਰਿਹਾ, ਬਿਜਲੀ ਬਾਰੇ ਬਿੱਲ ਆ ਰਿਹਾ, ਉਹ ਦੇਖੋ ਇਸ ਤੋਂ ਪਹਿਲਾਂ ਪਾਣੀਆਂ ਵਾਲਾ ਬਿੱਲ ਆਇਆ, ਉਸ ਤੋਂ ਪਹਿਲਾਂ ਧਾਰਾ 370-35A ਤੇ ਆਇਆ, ਤੁਸੀਂ ਧਰਮਯੁੱਧ ਮੋਰਚਾ ਲਾਇਆ, ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਵਿਚਾਲਿਆ। ਜਿਹੜਾ ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਐਮਰਜੈਂਸੀ ਦੇ 25 ਸਾਲ ਪੂਰੇ 50 ਸਾਲ ਪੂਰੇ ਹੋਣ ਤੇ ਜਿਹੜੀ ਗੱਲ ਕਹੀ ਸੀਗੀ, ਐਮਰਜੈਂਸੀ ਦਾ ਪਿਛਲੇ ਦਿਨੀ ਦਿਨ ਮਨਾਇਆ ਗਿਆ ਸੀ 25 ਜੂਨ ਨੂੰ, ਕਿ ਜਿੰਨੀ ਬਾਰਡਰ ਤੇ ਸੁਰੱਖਿਆ ਜ਼ਰੂਰੀ ਹੈ, ਧਰਮ ਨਿਰਪੱਖਤਾ ਤੇ ਲੋਕਤੰਤਰ ਕਦਰਾਂ ਕੀਮਤਾਂ ਵੀ ਉਨੀਆਂ ਜ਼ਰੂਰੀ ਨੇ। ਜਾਣੀ ਕਿ ਮਿਨੋਰਟੀ ਨੂੰ ਜੋ ਖਤਮ ਕੀਤਾ ਜਾ ਰਿਹਾ ਉਸ ਦਾ ਉਲੰਭਾ ਵੀ ਅਕਾਲੀ ਦਲ ਬਾਦਲ ਦੀ ਤਰਫੋਂ ਪ੍ਰਕਾਸ਼ ਸਿੰਘ ਬਾਦਲ ਨੇ ਦੇ ਦਿੱਤਾ ਸੀ। ਜਾਣੀ ਕਿ ਅੰਦਰੋਂ ਇਹ ਰਿਸ਼ਤਾ 9 ਮਾਸ ਦਾ ਟੁੱਟ ਸਕਦਾ ਹੈ। ਨਹੀਂ, ਮੈਂ ਅਜੇ ਦੇਖੋ ਕਾਲੀ ਆ, ਜਿੱਦਣ ਤੋੜੇਗੀ ਬੀਜੇਪੀ ਰਿਸ਼ਤਾ ਤੋੜੇਗੀ, ਅਕਾਲੀ ਦਲ ਨਹੀਂ ਤੋੜੇਗਾ, ਇਹ ਗੱਲ ਸਪਸ਼ਟ ਹੈ। ਹਾਂ, ਜੇ ਬੀਜੇਪੀ ਤੋੜਗੀ ਤੇ ਤੋੜਗੀ, ਅਕਾਲੀ ਦਲ ਖੁਦ ਨਹੀਂ ਤੋੜੇਗਾ। ਤੇ ਜੇ ਬੀਜੇਪੀ ਤੋੜੇਗੀ ਤੇ ਬੀਜੇਪੀ ਕੋ ਸੰਖੇਪ ਚ ਜਾਂਦੇ ਢੀਂਡਸਾ ਸਾਹਿਬ ਤੇ ਅਕਾਲੀ ਦਲ ਚੋਂ ਕਿਹੜਾ ਮਤਲਬ ਕਿਹਦੇ ਬੋਝੇ ਚ ਦਾਣੇ ਜ਼ਿਆਦਾ ਆ ਸਕਦੇ ਨੇ ਆਉਣ ਵਾਲੇ ਸਮੇਂ ਚ? ਆਪਣੇ ਕੋਲ ਸਮਾਂ ਸਮਾਪਤੀ ਇਸ ਵੇਲੇ ਦੋਨਾਂ ਦੇ ਬੋਝੇ ਜਿਹੜੇ ਉਹ ਚ ਮੋਰੀਆਂ ਹੋਈਆਂ, ਕਿਸੇ ਚ ਵੀ ਕੱਖ ਨਹੀਂ ਹੈ। ਠੀਕ ਹੈ, ਉਹ ਟਾਕੀਆਂ ਟੂਕੀਆਂ ਲਾ ਕੇ ਜੇ ਕੰਮ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਹੋਰ ਦੋਨਾਂ ਦੇ ਪੱਲੇ ਕਿਸੇ ਦੇ ਕੱਖ ਨਹੀਂ। ਟਵਾਣਾ ਸਾਹਿਬ ਅੱਜ ਤੱਕ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਤੇ ਸਿਰਫ 2 ਵਾਰੀਆਂ ਜਦੋਂ ਰਾਈਵਲ ਅਕਾਲੀ ਦਲ ਜਿਹੜਾ ਉਹ ਕਾਮਯਾਬ ਹੋਇਆ, ਇੱਕ ਤਾਂ ਜਦੋਂ ਮਾਸਟਰ ਤਾਰਾ ਸਿੰਘ ਨੇ ਭੁੱਖ ਹੜਤਾਲ ਤੋੜੀ ਤੇ ਸੰਤ ਫਤਿਹ ਸਿੰਘ ਨੇ ਉਹਨਾਂ ਦੀ ਵਾਗਡੋਰ ਸਾਂਭ ਕੇ ਉਹਨਾਂ ਤੋਂ ਅਲੱਗ ਹੋ ਕੇ ਐਜੀਪੀਸੀ ਜਿੱਤ ਕੇ ਅਕਾਲੀ ਦਲ ਸਰਵਾਈਵ ਕੀਤਾ। ਤੇ ਦੂਜਾ 1986 ਚ ਜਦੋਂ ਸਰਜੀਤ ਸਿੰਘ ਬਰਨਾਲਾ ਤੋਂ ਅਲੱਗ ਹੋ ਕੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌੜਾ ਨੇ ਦਲ ਬਣਾਇਆ। ਸਿਰਫ 2 ਇਤਿਹਾਸ ਚ ਵੇਰਵੇ ਆਉਂਦੇ ਅੱਜ ਤੱਕ ਦੇ, ਉਹਦੇ ਬਾਅਦ ਨਹੀਂ ਤਾਂ ਜਿਹੜਾ ਮੇਨ ਅਕਾਲੀ ਦਲ ਆ ਉਹੀ ਸਰਵਾਈਵ ਕਰਦਾ ਰਿਹਾ, ਉਹੀ ਰਿਹਾ। ਜਿਹੜਾ ਰਾਈਵਲ ਆਇਆ ਉਹ ਖਤਮ ਹੋਇਆ, ਉਹਦੇ ਬਾਅਦ ਉਹਦਾ ਕੋਈ ਵਜੂਦ ਜਿਹੜਾ ਉਹ ਨਹੀਂ ਰਿਹਾ ਜੀ। ਸੋ ਇਸ ਦੇ ਨਾਲ ਹੀ ਵਕਤ ਵਿਦਾਇਗੀ ਦਾ ਹੋ ਗਿਆ। ਸੋ ਸੁਰਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਮੈਂ ਵੀ ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕ ਜੋ ਇਸ ਵਕਤ ਸਾਡੇ ਇਸ ਪ੍ਰੋਗਰਾਮ ਸੱਚ ਦਾ ਸਾਹਮਣਾ ਨੂੰ ਵੇਖਦੇ ਨੇ, ਬਹੁਤ ਪਿਆਰ ਕਰਦੇ ਨੇ, ਉਹਨਾਂ ਤੋਂ ਆਗਿਆ ਚਾਹਾਂਗਾ। ਦਿਓ ਆਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।